ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਐਂਡ ਸੇਫ ਹੋਵੋਗੇ ਐਂਡ ਵੈਲਕਮ ਟੂ ਮਾਈ ਚੈਨਲ। ਜਿਵੇਂ ਤੁਹਾਨੂੰ ਪਤਾ ਹੁਣ ਆਪਾਂ ਫਾਈਨੈਂਸ਼ੀਅਲ ਅਕਾਊਂਟਿੰਗ ਦੀ ਕਲਾਸਿਸ ਕਵਰ ਕਰ ਰਹੇ ਹਾਂ ਅਤੇ ਆਪਣਾ ਐਟ ਪ੍ਰੈਜ਼ੈਂਟ ਐਡਮਿਸ਼ਨ ਆਫ ਅ ਪਾਰਟਨਰ ਚੱਲ ਰਿਹਾ, ਜਿਹਦੇ ਵਿੱਚ ਕਾਫੀ ਹੱਦ ਤੱਕ ਬਹੁਤ ਸਾਰੀ ਐਡਜਸਟਮੈਂਟਸ ਆਪਾਂ ਕਵਰ ਕਰ ਚੁੱਕੇ ਹਾਂ। ਪਰ ਇਸ ਤੋਂ ਬਾਅਦ ਇਹਦੇ ਵਿੱਚ ਰਿਟਾਇਰਮੈਂਟ ਵੀ ਆਉਂਦਾ ਹੈ, ਡੈਥ ਵੀ ਆਉਂਦਾ ਹੈ, ਤਾਂ ਇਹ ਚੈਪਟਰ ਕਾਫੀ ਲੈਂਦੀ ਹੈ। ਪਰ ਇਹ ਤਾਂ ਸਾਈਡ ਬਾਈ ਸਾਈਡ ਆਪਣੇ ਇਸ ਚੈਨਲ ਦੇ ਉੱਤੇ ਚੱਲ ਹੀ ਰਿਹਾ ਹੈ। ਇਹਦੇ ਨਾਲ ਨਾਲ ਮੈਂ ਤੁਹਾਨੂੰ ਨਵਾਂ ਚੈਪਟਰ ਵੀ ਸਟਾਰਟ ਕਰ ਰਹੀ ਹਾਂ ਤਾਂ ਕਿ ਤੁਹਾਡਾ ਜਿਹੜਾ ਟਾਈਮ ਹੈ ਉਹ ਬਚ ਸਕੇ। ਇਸ ਕਰਕੇ ਆਪਾਂ ਸਟਾਰਟ ਕਰ ਰਹੇ ਹਾਂ ਈ ਅਕਾਊਂਟਿੰਗ ਵਾਲਾ ਚੈਪਟਰ। ਤੁਹਾਡੇ ਸਿਲੇਬਸ ਦੇ ਵਿੱਚ ਫਾਈਨੈਂਸ਼ੀਅਲ ਅਕਾਊਂਟਿੰਗ ਦੇ ਵਿੱਚ ਅਲੱਗ ਤੋਂ ਇੱਕ ਚੈਪਟਰ ਦਿੱਤਾ ਹੋਇਆ ਈ ਅਕਾਊਂਟਿੰਗ ਕਰਕੇ। ਉਹਦੀ ਅੱਜ ਕਲਾਸ ਨੰਬਰ 1 ਹੋਏਗੀ ਅਤੇ ਪਾਰਟ ਨੰਬਰ 1 ਹੋਏਗਾ। ਇੱਦਾਂ ਹੀ ਸਾਈਡ ਬਾਈ ਸਾਈਡ ਉਹ ਵੀ ਕਲਾਸਿਸ ਚੱਲਦੀ ਰਹੂਗੀ, ਸਾਈਡ ਬਾਈ ਸਾਈਡ ਈ ਅਕਾਊਂਟਿੰਗ ਦੀ ਵੀ ਕਲਾਸਿਸ ਚੱਲਦੀ ਰਹੂਗੀ। ਸੋ ਸਟਾਰਟ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਮੈਂ ਕੁਝ ਇੰਪੋਰਟੈਂਟ ਗੱਲਾਂ ਦੱਸ ਦੇਵਾਂ, ਕਿਉਂਕਿ ਕਾਫੀ ਬੱਚੇ ਲਾਸਟ ਤੱਕ ਨਹੀਂ ਰੁਕਦੇ, ਕੰਟੈਂਟ ਖਤਮ ਹੁੰਦੇ ਹੀ ਲੈਕਚਰ ਨੂੰ ਬੰਦ ਕਰ ਦਿੰਦੇ ਨੇ। ਇੱਕ ਤਾਂ ਚੀਜ਼ ਇਹ ਕਿ ਅਗਰ ਤੁਹਾਨੂੰ ਮੇਰੇ ਕੰਟੈਂਟ ਵਧੀਆ ਲੱਗ ਰਿਹਾ ਹੈ, ਤੁਹਾਨੂੰ ਸਮਝ ਆ ਰਿਹਾ, ਤੁਹਾਡੇ ਕਨਸੈਪਟਸ ਦੀ ਕਲੈਰਿਟੀ ਹੋ ਰਹੀ ਹੈ, ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ। ਉਸ ਤੋਂ ਇਲਾਵਾ ਪਲੀਜ਼ ਮੇਰੇ ਲੈਕਚਰਸ ਦੇ ਨੀਚੇ ਕਮੈਂਟ ਸੈਕਸ਼ਨ ਦੇ ਨੀਚੇ ਜਦੋਂ ਤੁਸੀਂ ਰਾਈਟ ਸਵਾਈਪ ਕਰੋਗੇ ਇੱਕ ਹਾਈਪ ਦਾ ਵੀਡੀਓ ਦਾ ਆਪਸ਼ਨ ਆਏਗਾ, ਤੁਸੀਂ ਉਹਨੂੰ ਵੀ ਕਰ ਸਕਦੇ ਹੋ ਅਗਰ ਤੁਹਾਨੂੰ ਅੱਛੇ ਲੱਗ ਰਹੇ ਨੇ ਲੈਕਚਰ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਹੈ ਸਾਡੇ ਕੋਲ ਕਿ ਅੱਜ ਦੀ ਕਲਾਸ ਦੇ ਵਿੱਚ ਆਪਾਂ ਕਿਹੜੇ ਟੌਪਿਕਸ ਨੂੰ ਕਵਰ ਕਰਾਂਗੇ। ਮੀਨਿੰਗ ਨੂੰ ਕਵਰ ਕਰਾਂਗੇ ਕਿ ਈ ਅਕਾਊਂਟਿੰਗ ਹੁੰਦਾ ਕੀ ਹੈ, ਫੀਚਰਸ ਦੇਖਾਂਗੇ, ਉਹਦੀ ਐਡਵਾਂਟੇਜਸ ਅਤੇ ਡਿਸਐਡਵਾਂਟੇਜਸ ਦੇਖਾਂਗੇ। ਸਟਾਰਟ ਕਰਦੇ ਹਾਂ ਵਿਦ ਦ ਮੀਨਿੰਗ ਆਫ ਈ ਅਕਾਊਂਟਿੰਗ। ਈ ਅਕਾਊਂਟਿੰਗ ਨੂੰ ਆਪਾਂ ਕਹਿੰਦੇ ਹਾਂ ਕੰਪਿਊਟਰਾਈਜ਼ਡ ਅਕਾਊਂਟਿੰਗ, ਠੀਕ ਹੈ। ਚਾਹੇ ਤੁਹਾਡੇ ਪੇਪਰ ਦੇ ਵਿੱਚ ਈ ਅਕਾਊਂਟਿੰਗ ਲਿਖਿਆ ਹੋਵੇ, ਚਾਹੇ ਤੁਹਾਡੇ ਪੇਪਰ ਦੇ ਵਿੱਚ ਕੁਐਸਚਨ ਦੇ ਵਿੱਚ ਕੰਪਿਊਟਰਾਈਜ਼ਡ ਅਕਾਊਂਟਿੰਗ ਲਿਖਿਆ ਹੋਵੇ, ਦੋਨਾਂ ਦਾ ਮਤਲਬ ਸੇਮ ਹੀ ਹੈ। ਹੁਣ ਜਿੱਦਾਂ ਇਹਦਾ ਮਤਲਬ ਨਾਮ ਤੋਂ ਹੀ ਪਤਾ ਲੱਗ ਰਿਹਾ, ਈ ਅਕਾਊਂਟਿੰਗ ਔਰ ਕੰਪਿਊਟਰਾਈਜ਼ਡ ਅਕਾਊਂਟਿੰਗ ਮੀਨਸ ਯੂਜ਼ਿੰਗ ਕੰਪਿਊਟਰ ਸੋਫਟਵੇਅਰ। ਇਹਦਾ ਮਤਲਬ ਕੀ ਹੈ, ਕੰਪਿਊਟਰ ਸੋਫਟਵੇਅਰ ਨੂੰ ਯੂਜ਼ ਕਰਨਾ ਤਾਂ ਕਿ ਤੁਸੀਂ ਆਪਣੇ ਫਾਈਨੈਂਸ਼ੀਅਲ ਟਾਸਕ ਨੂੰ ਹੈਂਡਲ ਕਰ ਸਕੋ। ਉਹ ਫਾਈਨੈਂਸ਼ੀਅਲ ਟਾਸਕ ਬਹੁਤ ਸਾਰੇ ਹੋ ਸਕਦੇ, ਜਿੱਦਾਂ ਰਿਕਾਰਡ ਕਰਨਾ ਮਨੀ ਦੀ ਟ੍ਰਾਂਜੈਕਸ਼ਨਸ ਨੂੰ, ਰਿਪੋਰਟਸ ਬਣਾਉਣਾ, ਟਰੈਕਿੰਗ ਕਰਨਾ ਆਪਣੇ ਐਕਸਪੈਂਸਿਸ ਦੀ। ਔਰ ਇਹਦੇ ਲਈ ਤੁਸੀਂ ਇੱਕ ਸੋਫਟਵੇਅਰ ਯੂਜ਼ ਕਰ ਲਓ, ਬਜਾਏ ਕਿ ਤੁਸੀਂ ਉਹਨੂੰ ਮੈਨੂਅਲ ਕੰਮ ਕਰੋ, ਕਿ ਤੁਸੀਂ ਇੱਕ ਲੇਬਰ ਹਾਇਰ ਕਰੋ, ਤੁਸੀਂ ਅਕਾਊਂਟੈਂਟ ਹਾਇਰ ਕਰੋ। ਉਹਦੇ ਬਜਾਏ ਤੁਸੀਂ ਇੱਕ ਸੋਫਟਵੇਅਰ ਲਓਗੇ, ਉਹ ਸੋਫਟਵੇਅਰ ਆਪਣੇ ਕੰਪਿਊਟਰ 'ਚ ਇੰਸਟਾਲ ਕਰਵਾਓਗੇ ਅਤੇ ਉਹਦੇ ਉੱਤੇ ਤੁਸੀਂ ਆਪਣੀ ਡੇ ਟੂ ਡੇ ਰੂਟੀਨ ਵਾਲੀ ਵਰਕਿੰਗ ਐਕਟੀਵਿਟੀਜ਼ ਕਰੋਗੇ, ਜਿੱਦਾਂ ਆਪਣੀ ਐਂਟਰੀਜ਼ ਨੂੰ ਪੋਸਟ ਕਰਨਾ, ਮਨੀ ਨੂੰ ਰਿਕਾਰਡ ਕਰਨਾ, ਐਕਸਪੈਂਸਿਸ ਨੂੰ ਟਰੈਕ ਕਰਨਾ, ਇਹ ਸਾਰੀਆਂ ਚੀਜ਼ਾਂ। ਹੁਣ ਅੱਗੇ ਹੈ ਇੰਸਟੈਡ ਆਫ ਰਾਈਟਿੰਗ ਐਵਰੀਥਿੰਗ ਬਾਈ ਹੈਂਡਸ ਇਨ ਬੁੱਕ। ਸੋਫਟਵੇਅਰ ਆਉਣ ਦੇ ਨਾਲ ਤੁਹਾਨੂੰ ਬੁੱਕਸ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਪਏਗੀ, ਤਾਂ ਇਹ ਬਹੁਤ ਜ਼ਿਆਦਾ ਈਜ਼ੀ ਔਰ ਕਨਵੀਨੀਅੰਟ ਵੇ ਹੋ ਜਾਂਦਾ ਹੈ ਕਿ ਜਿਹਦੇ ਥਰੂ ਅਸੀਂ ਆਪਣੇ ਅਕਾਊਂਟਸ ਨੂੰ ਮੇਨਟੇਨ ਕਰ ਸਕਦੇ ਹਾਂ। ਨੈਕਸਟ ਦੇਖੋ, ਇਹ ਅਕਾਊਂਟਿੰਗ ਸਿਸਟਮਸ ਟਿਪਿਕਲੀ ਇਨਵੋਲਵਡ ਸੋਫਟਵੇਅਰ ਲਾਈਕ ਕੁਇਕ ਬੁੱਕਸ, ਟੈਲੀ, ਜ਼ੀਰੋ ਔਰ ਕਸਟਮ ਬਿਲਟ ਐਂਟਰਪ੍ਰਾਈਜ਼ ਰਿਸੋਰਸ ਪਲੈਨਿੰਗ ਸਿਸਟਮਸ। ਹੁਣ ਦੇਖੋ ਕਹਿੰਦੇ ਇਹਦੇ ਵਿੱਚ ਬਹੁਤ ਸਾਰੇ ਸੋਫਟਵੇਅਰਸ ਇਨਵੋਲਵਡ ਹੈ, ਜਿੱਦਾਂ ਕੁਝ ਸੋਫਟਵੇਅਰਸ ਦੇ ਨਾਮ ਮੈਂ ਇੱਥੇ ਮੈਂਸ਼ਨ ਕੀਤੇ ਹੈ। ਕੁਇਕ ਬੁੱਕਸ ਹੋ ਗਿਆ, ਟੈਲੀ ਹੋ ਗਿਆ, ਜ਼ੀਰੋ ਹੋ ਗਿਆ, ਕਸਟਮ ਬਿਲਟ ਹੋ ਗਿਆ। ਦੂਜਾ ਹੈ ERP, ਜਿਹਦੀ ਫੁੱਲ ਫਾਰਮ ਹੈ ਐਂਟਰਪ੍ਰਾਈਜ਼ ਰਿਸੋਰਸ ਪਲੈਨਿੰਗ, ਠੀਕ ਹੈ। ਔਰ ਤੁਹਾਡੇ ਸਿਲੇਬਸ ਦੇ ਵਿੱਚ ਟੈਲੀ ERP 9.0 ਹੈ, ਜਿਹਨੂੰ ਆਪਾਂ ਡਿਟੇਲ ਦੇ ਵਿੱਚ ਕਰਾਂਗੇ। ਸਿਰਫ ਇੱਕ ਹੀ ਸੋਫਟਵੇਅਰ ਤੁਹਾਡੇ ਸਿਲੇਬਸ ਦੇ ਵਿੱਚ ਗਿਵਨ ਹੈ, ਉਹਨੂੰ ਹੀ ਪੜ੍ਹਨਾ। ਬਾਕੀਆਂ ਦੇ ਨਾਮ ਤੁਸੀਂ ਇੱਕ ਵਾਰੀ ਦਿਮਾਗ ਦੇ ਵਿੱਚ ਬਿਠਾ ਲੈਣਾ ਕਿ ਕਿਹੜੇ ਹੈਗੇ ਐਕਚੁਅਲ ਦੇ ਵਿੱਚ ਸੋਫਟਵੇਅਰ। ਉਸ ਤੋਂ ਬਾਅਦ ਆਉਂਦਾ ਸਾਡੇ ਕੋਲ ਇਟ ਰਿਪਲੇਸਿਸ ਟ੍ਰੈਡੀਸ਼ਨਲ ਮੈਨੂਅਲ ਅਕਾਊਂਟਿੰਗ ਮੈਥਡ। ਇਹ ਨਾ ਸੋਫਟਵੇਅਰਸ ਨੇ ਜਿਹੜੇ ਸਾਡੇ ਪੁਰਾਣੇ ਤਰੀਕੇ ਦੇ ਨਾਲ ਬਣਨ ਵਾਲੇ ਅਕਾਊਂਟਸ ਹੈ, ਜਿੱਦਾਂ ਆਪਾਂ ਹੱਥਾਂ ਨਾਲ ਆਪਣੇ ਅਕਾਊਂਟਸ ਮੇਨਟੇਨ ਕਰਦੇ ਹਾਂ, ਜਰਨਲ ਦੇ ਵਿੱਚ ਰਿਕਾਰਡ ਕਰਦੇ ਹਾਂ, ਲੈਜਰ ਦੇ ਵਿੱਚ ਤੁਸੀਂ ਦੇਖਿਆ ਹੋਏ ਨਾ ਪੁਰਾਣੇ ਟਾਈਮ 'ਤੇ ਰਜਿਸਟਰਸ ਆਉਂਦੇ ਸੀ ਜਰਨਲ ਰਿਕਾਰਡ ਕਰਨ ਦੇ, ਉਹ ਵਾਲੇ ਸਿਸਟਮ ਨੂੰ ਇਹਨਾਂ ਨੇ ਰਿਪਲੇਸ ਕਰ ਦਿੱਤਾ ਵਿਦ ਡਿਜੀਟਲ ਟੂਲਸ enabling businesses to automate task। ਇਹਦੇ ਨਾਲ ਬਿਜ਼ਨਸ ਨੂੰ ਸੌਖਾ ਹੋ ਗਿਆ ਕਿ ਉਹ ਆਪਣੇ ਹਰ ਕੰਮ ਨੂੰ ਆਟੋਮੈਟਿਕ ਤਰੀਕੇ ਦੇ ਨਾਲ ਕਰ ਸਕਦੇ ਨੇ, ਸੱਚ ਐਸ ਬੁੱਕ ਕੀਪਿੰਗ, ਲੈਜਰ ਮੇਨਟੇਨੈਂਸ, ਫਾਈਨੈਂਸ਼ੀਅਲ ਰਿਪੋਰਟਿੰਗ ਐਂਡ ਟੈਕਸ ਪ੍ਰੈਪਰੇਸ਼ਨ। ਇਹ ਸਾਰੀਆਂ ਚੀਜ਼ਾਂ ਉਹ ਸੋਫਟਵੇਅਰ ਖੁਦ ਹੀ ਕਰੇਗਾ, ਬਸ ਤੁਸੀਂ ਕੁਛ ਨਾ ਕੁਛ ਡਿਟੇਲਸ ਇਹਦੇ ਵਿੱਚ ਐਡ ਕਰਨੀਆਂ ਹੁੰਦੀਆਂ ਕੰਪਨੀਜ਼ ਦੇ ਰਿਲੇਟਿਡ, ਬਾਕੀ ਸਾਰੀ ਚੀਜ਼ਾਂ ਉਹ ਖੁਦ ਕਰ ਸਕਦੇ। ਹੁਣ ਆਪਾਂ ਆਪਣੇ ਅਕਾਊਂਟਸ ਨੂੰ ਘਰੇ ਬੈਠੇ, ਆਫਿਸ 'ਤੇ ਬੈਠੇ, ਕਿਤੇ ਵੀ ਅਗਰ ਆਪਾਂ ਬੈਠੇ ਹਾਂ, ਆਪਾਂ ਉਹਨਾਂ ਨੂੰ ਦੇਖ ਸਕਦੇ ਹੋ ਔਰ ਇਹਦਾ ਅਸੈਸ ਬਹੁਤ ਜ਼ਿਆਦਾ ਈਜ਼ੀ ਹੋ ਜਾਂਦਾ ਹੈ। ਨੈਕਸਟ ਦੇਖਦੇ ਹਾਂ ਫੀਚਰਸ ਆਫ ਕੰਪਿਊਟਰਾਈਜ਼ਡ ਅਕਾਊਂਟਿੰਗ। ਹੁਣ ਕੁਛ ਫੀਚਰਸ ਹੈ ਕੰਪਿਊਟਰਾਈਜ਼ਡ ਅਕਾਊਂਟਿੰਗ ਦੇ, ਉਹ ਕੀ ਹੈ। ਪਹਿਲਾ ਆਟੋਮੇਸ਼ਨ। ਸਾਨੂੰ ਈ ਅਕਾਊਂਟਿੰਗ ਦੇ ਵਿੱਚ ਇੱਕ ਫਾਇਦਾ ਮਿਲ ਜਾਂਦਾ ਹੈ ਕਿ ਇਹ ਆਪਣੇ ਆਪ ਕੰਮ ਨੂੰ ਰਿਕਾਰਡ ਕਰ ਲੈਂਦਾ, ਆਪਣੇ ਆਪ ਐਂਟਰੀਜ਼ ਨੂੰ ਰਿਕਾਰਡ ਕਰ ਲੈਂਦਾ, ਆਟੋਮੈਟਿਕਲੀ ਰਿਕਾਰਡ ਪ੍ਰੋਸੈਸਿਸ, ਕੈਲਕੂਲੇਟਸ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਐਂਡ ਰਿਡਿਊਸਿੰਗ ਮੈਨੂਅਲ ਐਫਰਟਸ। ਕੰਪਿਊਟਰਾਈਜ਼ਡ ਅਕਾਊਂਟਿੰਗ ਦੇ ਵਿੱਚ ਜਿਹੜਾ ਉਹ ਸੋਫਟਵੇਅਰ ਹੈ ਉਹ ਹਰ ਇੱਕ ਕੰਮ ਆਪਣੇ ਆਪ ਕਰਦਾ ਹੈ, ਬਸ ਤੁਸੀਂ ਕੁਛ ਡਿਟੇਲਸ ਐਡ ਕਰਨੀ ਹੈ। ਡੇਟਾ ਨੂੰ ਰਿਕਾਰਡ ਵੀ ਕਰ ਲਏਗਾ, ਉਹਨੂੰ ਪ੍ਰੋਸੈਸ ਵੀ ਕਰ ਲਏਗਾ, ਤੇ ਟ੍ਰਾਂਜੈਕਸ਼ਨਸ ਜਿੰਨੀਆਂ ਵੀ ਹੋਈਆਂ ਮਨੀ ਦੇ ਰਿਲੇਟਿਡ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਉਹਨਾਂ ਨੂੰ ਕੈਲਕੂਲੇਟ ਵੀ ਕਰ ਲਏਗਾ। ਜਿਹੜਾ ਮੈਨੂਅਲ ਐਫਰਟ ਹੈ, ਮਤਲਬ ਜੋ ਸਾਡਾ ਐਫਰਟ ਲੱਗਣਾ ਹੈ ਹੱਥਾਂ ਨਾਲ ਬਣਾਉਣਾ ਉਹਨਾਂ ਚੀਜ਼ਾਂ ਨੂੰ, ਉਹ ਘੱਟ ਹੋ ਜਾਏਗਾ। ਨੈਕਸਟ ਹੈ
Data storage stores financial data electronically in a structured database, enabling easy retrieval and organization. ਇਹਦੇ ਨਾਲ ਸਾਨੂੰ ਡੇਟਾ ਸਟੋਰੇਜ ਮਿਲ ਜਾਂਦਾ ਹੈ ਕਿ ਜਿੰਨਾ ਵੀ ਸਾਡਾ ਡੇਟਾ ਹੈ ਰਿਗਾਰਡਿੰਗ ਸਾਡੇ ਅਕਾਊਂਟਸ, ਰਿਗਾਰਡਿੰਗ ਸਾਡੀ ਐਂਟਰੀਜ਼, ਰਿਗਾਰਡਿੰਗ ਸਾਡੇ ਟ੍ਰਾਂਜੈਕਸ਼ਨਸ, ਜਿੰਨਾ ਵੀ ਕੁਛ ਵੀ ਜੋ ਵੀ ਆਪਾਂ ਹੱਥਾਂ ਨਾਲ ਬਣਾ ਰਹੇ ਹਾਂ ਅਕਾਊਂਟਸ ਦੇ ਵਿੱਚ, ਉਹ ਸਾਰੀਆਂ ਚੀਜ਼ਾਂ ਉਹ ਸੋਫਟਵੇਅਰ ਬਣਾਏਗਾ। ਅਤੇ ਉਹਦੇ ਵਿੱਚ ਸਾਨੂੰ ਸੇਵਿੰਗ ਦਾ ਆਪਸ਼ਨ ਵੀ ਮਿਲ ਜਾਂਦਾ। ਜਿੱਦਾਂ ਹੁਣ ਅਗਰ ਆਪਾਂ ਰਜਿਸਟਰਸ ਵਗੈਰਾ 'ਤੇ ਬਣਾਇਆ ਹੋਏ ਅਤੇ ਬਾਏ ਚਾਂਸ ਕੁਛ ਐਕਸੀਡੈਂਟ ਹੋ ਜਾਏ ਇੱਦਾਂ ਦਾ, ਤੁਹਾਡੀ ਫੈਕਟਰੀ ਦੇ ਵਿੱਚ, ਤੁਹਾਡੇ ਆਫਿਸ ਦੇ ਵਿੱਚ ਅੱਗ ਲੱਗ ਜਾਏ, ਤੁਹਾਡੇ ਉਹ ਸਾਰੇ ਅਕਾਊਂਟ ਖਰਾਬ ਹੋ ਜਾਊਗੇ, ਠੀਕ ਹੈ, ਸਾਰੇ ਦੇ ਸਾਰੇ ਤੁਹਾਡੇ ਹੱਥੋਂ ਨਿਕਲ ਜਾਓਗੇ, ਤੁਹਾਡੇ ਕੋਲ ਹੁਣ ਹੋਰ ਕੋਈ ਕਾਪੀਜ਼ ਨਹੀਂ ਹੈ। ਪਰ ਜਿਹੜਾ ਸੋਫਟਵੇਅਰ ਹੈ ਉਹ ਤੁਹਾਨੂੰ ਡੇਟਾ ਸਟੋਰੇਜ ਦਾ ਆਪਸ਼ਨ ਦਿੰਦਾ ਹੈ, ਜਿਹਦੇ ਵਿੱਚ ਤੁਸੀਂ ਆਪਣੇ ਡੇਟਾ ਨੂੰ ਇਲੈਕਟ੍ਰੋਨਿਕ ਫਾਰਮ ਦੇ ਵਿੱਚ ਸੇਵ ਕਰਕੇ ਰੱਖ ਸਕਦੇ ਹੋ, ਤਾਂ ਕਿ ਇਨ ਕੇਸ ਤੁਹਾਨੂੰ ਐਮਰਜੈਂਸੀ ਦੇ ਵਿੱਚ ਜ਼ਰੂਰਤ ਹੋਵੇ ਤੁਸੀਂ ਉੱਥੋਂ ਉਹਨੂੰ ਰੀਟਰਾਈਵਲ ਕਰ ਲਓ। ਨੈਕਸਟ ਹੈ ਰੀਅਲ ਟਾਈਮ ਪ੍ਰੋਸੈਸਿੰਗ ਪ੍ਰੋਵਾਈਡਸ ਇੰਸਟੈਂਟ ਅਪਡੇਟਸ ਟੂ ਫਾਈਨੈਂਸ਼ੀਅਲ ਰਿਕਾਰਡ ਐਜ਼ ਟ੍ਰਾਂਜੈਕਸ਼ਨ ਅਕਰ। ਜਦੋਂ ਹੀ ਟ੍ਰਾਂਜੈਕਸ਼ਨ ਹੋਈ ਉਦੋਂ ਹੀ ਇਹ ਸੋਫਟਵੇਅਰ ਆਪਣੇ ਅਕਾਊਂਟਸ ਦੇ ਅੰਦਰ ਇਹਨੂੰ ਰਿਕਾਰਡ ਕਰ ਲਵੇਗਾ। ਜਿੱਦਾਂ ਹੁਣ ਅਗਰ ਆਪਾਂ ਮੈਨੂਅਲ ਕਰ ਰਹੇ ਹਾਂ, ਜਿਹੜਾ ਸਾਡਾ ਅਕਾਊਂਟੈਂਟ ਆਏਗਾ ਉਹਨੂੰ ਆਪਾਂ ਸਲਿੱਪ ਦੇਵਾਂਗੇ, ਫਿਰ ਜਾ ਕੇ ਕਿਤੇ ਉਹ ਰਿਕਾਰਡ ਕਰੇਗਾ। ਔਰ ਬਾਈ ਚਾਂਸ ਸਾਨੂੰ ਪਤਾ ਬਹੁਤ ਸਾਰੇ ਐਰਰਸ ਵੀ ਆ ਜਾਂਦੇ ਓਮਿਸ਼ਨ ਦੇ, ਕਿ ਉਹ ਪਾਉਣਾ ਹੀ ਭੁੱਲ ਗਿਆ ਐਂਟਰੀ, ਤਾਂ ਇਹ ਸੋਫਟਵੇਅਰ ਉਹ ਵਾਲੇ ਐਰਰਸ ਨੂੰ ਰਿਡਿਊਸ ਕਰ ਦਿੰਦਾ, ਓਮਿਸ਼ਨ ਨਹੀਂ ਹੁੰਦੀ। ਜਦੋਂ ਸਾਡੀ ਟ੍ਰਾਂਜੈਕਸ਼ਨ ਅਕਰ ਹੋਈ ਹੈ ਉਸੇ ਟਾਈਮ ਉਹਨੂੰ ਰਿਕਾਰਡ ਕਰ ਲੈਂਦਾ। ਨੈਕਸਟ ਹੈ ਇੰਟੀਗ੍ਰੇਸ਼ਨ links with other business functions like payroll, inventory, billing for seamless data flow। ਇੰਟੀਗ੍ਰੇਟ ਕਰਕੇ ਕੰਮ ਕੀਤਾ ਜਾਂਦਾ ਹੈ। ਜਿੱਦਾਂ ਸਾਡੇ ਸਪਲਾਇਰਸ ਦਾ ਕੋਈ ਡੇਟਾ ਉਹ ਵੀ ਰਿਕਾਰਡ ਹੋ ਜਾਏਗਾ, ਸਾਡਾ ਸਟਾਕ ਕਿੰਨਾ ਹੈ, ਕਿੱਥੇ ਪਿਆ, ਸਾਡੀ ਬਿਲਿੰਗ, ਇਹ ਸਭ ਰਿਕਾਰਡ ਹੋ ਜਾਂਦਾ। ਨੈਕਸਟ ਹੈ ਰਿਪੋਰਟਿੰਗ ਜਨਰੇਟਸ ਕਸਟਮਾਈਜ਼ੇਬਲ ਫਾਈਨੈਂਸ਼ੀਅਲ ਰਿਪੋਰਟ। ਆਪਾਂ ਆਪਣੀ ਮਨ ਚਾਹੀ ਰਿਪੋਰਟ ਨੂੰ ਕੰਪਿਊਟਰਾਈਜ਼ ਅਕਾਊਂਟਿੰਗ ਦੇ ਥਰੂ ਨਿਕਾਲ ਸਕਦੇ ਹਾਂ। ਜਿੱਦਾਂ ਅਗਰ ਸਾਨੂੰ ਬੈਲੈਂਸ ਸ਼ੀਟ ਚਾਹੀਦੀ ਹੈ, ਬੈਲੈਂਸ ਸ਼ੀਟ ਨਿਕਲ ਜਾਏਗੀ। P&L ਸਟੇਟਮੈਂਟ ਚਾਹੀਦੀ ਹੈ ਉਹ ਵੀ ਨਿਕਲ ਜਾਊਗੀ। ਕੈਸ਼ ਫਲੋ ਸਟੇਟਮੈਂਟ ਚਾਹੀਦੀ ਹੈ, ਕੋਈ ਵੀ ਰਿਪੋਰਟ ਚਾਹੀਦੀ ਹੈ ਉਹ ਵੀ ਨਿਕਲ ਆਊਗੀ। ਇਹ ਸਾਰੀਆਂ ਚੀਜ਼ਾਂ ਆਟੋਮੈਟਿਕਲੀ ਜਨਰੇਟ ਹੋ ਜਾਣਗੀਆਂ ਕੰਪਿਊਟਰਾਈਜ਼ਡ ਅਕਾਊਂਟਿੰਗ ਤੋਂ। ਨੈਕਸਟ ਹੈ ਸਾਡੇ ਕੋਲ ਸਿਕਿਉਰਿਟੀ। ਔਰ ਜਿਹੜੇ ਕੰਪਿਊਟਰਾਈਜ਼ਡ ਅਕਾਊਂਟਿੰਗ ਹੁੰਦੀ ਹੈ ਉਹ ਬਹੁਤ ਜ਼ਿਆਦਾ ਸਿਕਿਉਰਿਟੀ ਪ੍ਰੋਵਾਈਡ ਕਰਵਾਉਂਦਾ ਬਿਜ਼ਨਸ ਨੂੰ। ਜਿੱਦਾਂ ਹੁਣ ਅਕਾਊਂਟਸ ਹੈ, ਅਕਾਊਂਟਸ ਦੇ ਵਿੱਚ ਘਪਲੇ ਹੋਣਾ ਬਹੁਤ ਜ਼ਿਆਦਾ ਈਜ਼ੀ ਹੈ ਅਗਰ ਉਹ ਮੈਨੂਅਲ ਤਰੀਕੇ ਨਾਲ ਬਣਨ, ਠੀਕ ਹੈ। ਪਰ ਇਹਦੇ ਵਿੱਚ ਸਾਨੂੰ ਪਾਸਵਰਡ ਪ੍ਰੋਟੈਕਸ਼ਨ ਮਿਲਦੀ ਹੈ। ਕੋਈ ਵੀ ਸਾਡੇ ਅਕਾਊਂਟਸ ਨੂੰ ਰੀਓਪਨ ਜਾਂ ਓਪਨ ਨਹੀਂ ਕਰਕੇ ਕਿ ਉਹਦੇ ਵਿੱਚ ਕੋਈ ਵੀ ਚੇਂਜਸ ਨਹੀਂ ਕਰ ਸਕਦਾ। ਯੂਜ਼ਰ ਐਸੈਸ ਕੰਟਰੋਲਸ ਐਂਡ ਡਾਟਾ ਇਨਕ੍ਰਿਪਸ਼ਨ ਵੀ ਹੁੰਦਾ, ਮਤਲਬ ਉਹਨੂੰ ਕੋਡ ਵਰਡ ਦੇ ਵਿੱਚ ਵੀ ਲਿਖਿਆ ਜਾਂਦਾ ਅਤੇ ਇਹਦੇ ਨਾਲ ਤੁਹਾਡਾ ਜਿਹੜਾ ਫਾਈਨੈਂਸ਼ੀਅਲ ਇਨਫੋਰਮੇਸ਼ਨ ਆ ਉਹ ਬਹੁਤ ਜ਼ਿਆਦਾ ਸੇਫ ਰਹਿੰਦਾ ਹੈ। ਨੈਕਸਟ ਹੈ ਮਲਟੀ ਯੂਜ਼ਰ ਅਸੈਸ ਅਲੋਜ਼ ਮਲਟੀਪਲ ਯੂਜ਼ਰਸ ਟੂ ਅਸੈਸ ਦਾ ਸਿਸਟਮ ਸਾਈਮਲਟੇਨੀਅਸਲੀ। ਦੇਖੋ ਅਗਰ ਮੇਰੇ ਮੈਨੇਜਰ ਨੂੰ ਕੋਈ ਫਾਈਨੈਂਸ਼ੀਅਲ ਰਿਕਾਰਡਸ ਦੇਖਣੇ ਹੈ ਤਾਂ ਉਹ ਆਪਣੇ ਲੈਪਟਾਪ ਤੋਂ ਓਪਨ ਕਰਕੇ ਵੀ ਦੇਖ ਸਕਦਾ ਹੈ ਇਹਨਾਂ ਚੀਜ਼ਾਂ ਨੂੰ, ਠੀਕ ਹੈ। ਅਗਰ ਸਾਡੇ ਅਕਾਊਂਟੈਂਟ ਨੇ ਦੇਖਣਾ, CA ਨੇ ਦੇਖਣਾ, ਉਹ ਵੀ ਦੇਖ ਸਕਦਾ। ਮਤਲਬ ਮਲਟੀਪਲ ਯੂਜ਼ਰਸ ਇੱਕ ਟਾਈਮ 'ਤੇ ਇਹ ਸਾਰੇ ਡੇਟਾ ਨੂੰ ਯੂਜ਼ ਕਰ ਸਕਦੇ ਹੈ। ਨੈਕਸਟ ਹੈ ਕਿਹਦੇ ਥਰੂ ਕਰ ਸਕਦੇ? ਕਲਾਊਡ ਬੇਸਡ ਪਲੇਟਫਾਰਮਸ। ਜਿੱਦਾਂ ਕਲਾਊਡ ਸਟੋਰੇਜ ਵਗੈਰਾ ਮਿਲ ਜਾਂਦੀ ਹੈ ਨਾ, ਉਵੇਂ ਕੋਈ ਵੀ ਪਰਸਨ ਕਿਸੇ ਵੀ ਡੇਟਾ ਨੂੰ ਕਿਸੇ ਵੀ ਜਗ੍ਹਾ 'ਤੇ ਐਕਸੈਸ ਕਰ ਸਕਦਾ ਹੈ। ਸਕੇਲੇਬਿਲਿਟੀ, ਜਿਵੇਂ ਅਗਰ ਮੈਂ ਗੱਲ ਕਰਾਂ ਮੈਨੂਅਲ ਰਿਕਾਰਡਸ ਬਣਾਉਣ ਦੀ, ਤਾਂ ਅਗਰ ਛੋਟੀ ਆਰਗੇਨਾਈਜੇਸ਼ਨ ਹੈ ਉਹਦੇ ਲਈ ਇੱਕ ਪਰਸਨ ਦੇ ਨਾਲ ਹੋ ਜਾਏਗਾ, ਇੱਕ CA ਦੇ ਨਾਲ ਤੁਹਾਡੇ ਅਕਾਊਂਟਸ ਮੇਨਟੇਨ ਹੋ ਜਾਊਗੇ, ਠੀਕ ਹੈ। ਤੁਹਾਨੂੰ ਜ਼ਿਆਦਾ ਪਰਸਨ ਹਾਇਰ ਨਹੀਂ ਕਰਨੇ ਪਊਗੇ। ਪਰ ਜੇ ਤੁਹਾਡੀ ਐਂਟਰਪ੍ਰਾਈਜ਼ਿਸ ਲਾਰਜ ਹੈ, ਠੀਕ ਹੈ, ਉਹਦੇ ਲਈ ਤੁਹਾਨੂੰ ਬਹੁਤ ਪੂਰੀ ਵੱਡੀ ਟੀਮ ਚਾਹੀਦੀ ਹੈ ਜੋ ਫਾਈਨੈਂਸ਼ੀਅਲ ਡੇਟਾ ਨੂੰ ਐਨਾਲਾਈਜ਼ ਕਰੇ। ਅਤੇ ਜਿਹੜਾ ਸਾਡਾ ਕੰਪਿਊਟਰਾਈਜ਼ਡ ਸੋਫਟਵੇਅਰ ਹੋ ਜਾਏਗਾ, ਜਿਹੜਾ ਕੰਪਿਊਟਰਾਈਜ਼ਡ ਅਕਾਊਂਟਿੰਗ ਹੋ ਜਾਏਗਾ, ਇਹ ਈਜ਼ਲੀ ਅਡੈਪਟ ਕਰੇਗਾ ਬਿਜ਼ਨਸ ਦੇ ਨੀਡਸ ਨੂੰ। ਅਗਰ ਬਿਜ਼ਨਸ ਛੋਟਾ ਹੈ ਉਹ ਉਸ ਤਰੀਕੇ ਦੇ ਨਾਲ ਕੰਮ ਕਰੇਗਾ, ਅਗਰ ਬਿਜ਼ਨਸ ਵੱਡਾ ਹੈ ਉਹ ਉਸ ਤਰੀਕੇ ਦੇ ਨਾਲ ਕੰਮ ਕਰੇਗਾ। ਮਤਲਬ ਕਸਟਮਾਈਜ਼ੇਬਲ ਫੀਚਰਸ ਇਹਦੇ ਵਿੱਚ ਐਡ ਕੀਤੇ ਜਾ ਸਕਦੇ। ਆਡਿਟ ਟ੍ਰਾਇਲ ਨੈਕਸਟ ਹੈ ट्रैक करता है चेंजेस टू फाइनेंशियल डेटा इंश्योरिंग ट्रांसपेरेंसी एंड अकाउंटेबिलिटी। अगर कोई भी मान लो कि थोड़ी पॉलिसीज़ वगैरह ਦੇ ਵਿੱਚ कोई भी चेंज आए तो उस चेंजेस के अकॉर्डिंग ये अपने डाटा ਨੂੰ भी चेंज कर देगा तो ट्रांसपेरेंसी लेके आएगा। मतलब हर कोई इस डेटा ਨੂੰ देख सकता है कि ਕਿਹੜੀ ਚੀਜ਼ ਕਿੱਥੇ ਹੋਈ ਹੈ। ਹੁਣ ਦੇਖੋ अगर मैं गल करा मैनुअल डेटा की तो रजिस्टर्स मेनटेन करते सीगे। जे किसी ने टैक्स तो बचना तो वो अपने अकॉर्डिंग वो डेटा बना दिंदा सी ते कुछ ट्रांजैक्शनस पांदा ही नहीं सी कि मेरी जिहड़ी लिमिट है इस पर्टिकुलर अमाउंट तो उपर ना जाए ताकि मैं टैक्स तो बच जावां। पर इहदे विच इदां कुछ नहीं हुंदा। इहने एक एक चीज़ नूं रिकॉर्ड करना है। कंप्यूटराइज्ड अकाउंटिंग दे विच सब चीज़ां ऑटोमैटिक तरीके दे नाल हुंदियां ने ते कोई भी चीज़ छुपदी नहीं है इहदे विचों ते इहदे विच ट्रांसपेरेंसी ज़्यादा आ जाती है। नैक्सट है क्लाउड बेस्ड ऑप्शनस मिल जाते। ये एनेबल्स रिमोट एक्सैस
ठीक है। ਉਹੀ ਪੁਆਇੰਟ ਕਿਤੇ ਵੀ ਕਿਸੇ ਵੀ ਏਰੀਆ 'ਚ ਬਹਿ ਕੇ ਕਿਸੇ ਵੀ ਜਗ੍ਹਾ 'ਤੇ ਬਹਿ ਕੇ ਤੁਸੀਂ ਆਪਣੇ ਡੇਟਾ ਨੂੰ ਐਕਸੈਸ ਕਰ ਸਕਦੇ ਹੋ। ਡੇਟਾ ਬੈਕਅਪ ਮਿਲ ਜਾਂਦਾ ਹੈ ਕਿ ਡੇਟਾ ਬੈਕਅਪ ਦਾ ਮਤਲਬ ਕਿ ਅਗਰ ਇਨ ਕੇਸ ਤੁਹਾਡਾ ਲੈਪਟਾਪ ਖਰਾਬ ਹੋ ਗਿਆ, ਤੁਹਾਡੇ ਕੰਪਿਊਟਰ ਖਰਾਬ ਹੋ ਗਏ, ਫਿਰ ਵੀ ਅਗਰ ਤੁਹਾਡਾ ਡੇਟਾ ਕਲਾਊਡ ਸਟੋਰੇਜ ਦੇ ਉੱਤੇ ਸੇਵ ਹੈ ਤਾਂ ਤੁਸੀਂ ਉਹਨੂੰ ਕਿਸੇ ਵੀ ਟਾਈਮ 'ਤੇ ਵਾਪਿਸ ਨਿਕਾਲ ਸਕਦੇ ਹੋ। ਹੁਣ ਆਉਂਦੇ ਆ ਸਾਡੇ ਕੋਲ ਐਡਵਾਂਟੇजेस ਆਫ ਕੰਪਿਊਟਰਾਈਜ਼ਡ ਅਕਾਊਂਟਿੰਗ। ਸਭ ਤੋਂ ਪਹਿਲਾਂ ਐਫੀਸ਼ੀਐਂਸੀ ਐਂਡ ਸਪੀਡ। ਜਿਹੜੇ ਮੈਨੂਅਲ ਡੇਟਾ ਰਿਕਾਰਡ ਕਰਨ ਵਾਲੀ ਪਰਸਨ ਹੁੰਦੇ ਹੈ, ਜਿੱਦਾਂ ਅਕਾਊਂਟੈਂਟਸ ਹੋ ਗਏ, CA ਹੋ ਗਏ, ਤਾਂ ਉਹਦੇ ਵਿੱਚ ਐਫੀਸ਼ੀਐਂਸੀ ਇੰਨੀ ਜ਼ਿਆਦਾ ਨਹੀਂ ਹੁੰਦੀ। ਕੁਛ ਨਾ ਕੁਛ ਗੜਬੜ ਹੋ ਹੀ ਜਾਂਦੇ ਹੈ, ਕੋਈ ਨਾ ਕੋਈ ਐਰਰਸ ਆ ਹੀ ਜਾਂਦੇ ਆ, ਐਰਰਸ ਆਫ ਓਮਿਸ਼ਨ ਆ ਗਿਆ, ਇੱਦਾਂ ਦੇ ਬਹੁਤ ਸਾਰੇ ਐਰਰਸ ਆ ਜਾਂਦੇ ਆ, ਠੀਕ ਹੈ। ਪਰ ਜਿਹੜਾ ਕੰਪਿਊਟਰਾਈਜ਼ਡ ਅਕਾਊਂਟਿੰਗ ਆ ਉਹਦੇ ਵਿੱਚ ਇੱਦਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਐਫੀਸ਼ੀਐਂਸੀ ਕਾਫੀ ਜ਼ਿਆਦਾ ਹੁੰਦੀ ਹੈ। ਜਿਹੜੇ ਆਪਾਂ ਮੈਨੂਅਲ ਤਰੀਕੇ ਨਾਲ ਅਕਾਊਂਟਸ ਬਣਾਉਂਦੇ ਆ ਉਹਦੇ ਵਿੱਚ ਸਾਨੂੰ ਟਾਈਮ ਲੱਗ ਜਾਂਦਾ, ਡਿਲੇਜ਼ ਹੋ ਜਾਂਦੇ ਕਿ ਸਲਿੱਪ ਆਏਗੀ, ਫਿਰ ਜਾ ਕੇ ਉਹਨੂੰ ਰਿਕਾਰਡ ਕੀਤਾ ਜਾਏਗਾ ਪੂਰੇ ਐਵੀਡੈਂਸ ਦੇ ਨਾਲ। ਪਰ ਇੱਥੇ ਕੀ ਹੁੰਦਾ, ਸਾਨੂੰ ਉਸੇ ਟਾਈਮ ਜਿਸ ਟਾਈਮ ਟ੍ਰਾਂਜੈਕਸ਼ਨ ਹੋਈ ਉਸੇ ਟਾਈਮ ਇੱਥੇ ਰਿਕਾਰਡ ਹੋ ਜਾਂਦਾ। ਆਟੋਮੇਟਸ ਕਰ ਦਿੰਦੇ ਰੈਪੀਟੇਟਿਵ ਟਾਸਕ, ਜਿਹੜੇ ਬਾਰ-ਬਾਰ ਟਾਸਕ ਹੋਣੇ ਆ। ਮੰਨ ਲਓ ਮੈਨੂੰ ਹੁਣ ਜਿਹੜਾ ਪ੍ਰੋਡਕਸ਼ਨ ਡਿਪਾਰਟਮੈਂਟ ਆ ਉਹ ਬਾਰ-ਬਾਰ ਰੋ ਮਟੀਰੀਅਲ ਮੰਗਾ ਰਿਹਾ, ਤਾਂ ਰੋ ਮਟੀਰੀਅਲ ਦੇ ਵਾਸਤੇ ਜੋ ਮੈਂ ਇਨਫੋਰਮੇਸ਼ਨ ਪਾਣੀ ਹੈ ਕਿ ਅੱਜ ਇੰਨਾ ਗਿਆ, ਫਿਰ ਕੱਲ੍ਹ ਇੰਨਾ ਗਿਆ ਸੀ, ਮਤਲਬ ਇੱਕ ਦਿਨ 'ਚ ਹੀ ਰੋ ਮਟੀਰੀਅਲ ਮੇਰੇ ਵੇਅਰ ਹਾਊਸ ਤੋਂ 5 ਵਾਰ ਪ੍ਰੋਡਕਸ਼ਨ ਸਾਈਟ ਦੇ ਉੱਤੇ ਗਿਆ। ਤਾਂ ਮੈਨੂਅਲ ਤਰੀਕੇ ਦੇ ਨਾਲ ਅਗਰ ਮੈਨੂੰ ਕਰਨਾ ਹੋਵੇ ਤਾਂ ਮੈਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਏਗਾ। ਪਰ ਇਹੀ ਚੀਜ਼ ਅਗਰ ਮੈਂ ਕੰਪਿਊਟਰਾਈਜ਼ਡ ਅਕਾਊਂਟਿੰਗ ਦੇ ਥਰੂ ਕਰੂੰਗੀ ਤਾਂ ਜਿੰਨਾ ਵੀ ਮੇਰਾ ਰੈਪੀਟੇਟਿਵ ਟਾਸਕ ਆ ਉਹ ਆਪਣੇ ਆਪ ਕਰਦਾ ਰਹੇਗਾ। ਰਿਡਿਊਸਿੰਗ ਦਾ ਟਾਈਮ ਨੀਡ ਫॉर ਡੇਟਾ ਐਂਟਰੀ ਐਂਡ ਕੈਲਕੂਲੇਸ਼ਨਸ। ਔਰ ਜਿਹੜਾ ਡੇਟਾ ਐਂਟਰੀ ਦੇ ਵਿੱਚ ਟਾਈਮ ਲੱਗਦਾ ਕਿ ਮੈਂ ਹਜੇ ਰਿਕਾਰਡ ਕਰਨਾ ਪਰ ਉਹ ਉਸੇ ਟਾਈਮ ਰਿਕਾਰਡ ਕਰ ਦੇਗਾ। ਨੈਕਸਟ ਹੈ ਐਕਿਊਰੇਸੀ। ਹੁਣ ਇਹਦੇ ਵਿੱਚ ਐਕਿਊਰੇਸੀ ਬਹੁਤ ਜ਼ਿਆਦਾ ਆ ਜਾਂਦੀ ਹੈ ਕਿਉਂਕਿ ਹਿਊਮਨ ਐਰਰ ਹੈ ਉਹ ਬਹੁਤ ਜ਼ਿਆਦਾ ਘੱਟ ਹੋ ਜਾਂਦਾ। ਹਿਊਮਨ ਐਰਰ ਕਿਉਂ ਘੱਟ ਹੋ ਜਾਂਦਾ? ਕਿਉਂਕਿ ਕੋਈ ਪਰਸਨ ਇਹਨੂੰ ਰਿਕਾਰਡ ਨਹੀਂ ਕਰ ਰਿਹਾ। ਇਹ ਸਾਰੀ ਚੀਜ਼ਾਂ ਕੰਪਿਊਟਰਾਈਜ਼ ਸੋਫਟਵੇਅਰ ਦੇ ਥਰੂ ਕੀਤੀਆਂ ਜਾ ਰਹੀਆਂ ਜੋ ਆਪਣੇ ਆਪ ਕੰਮ ਕਰੇਗਾ। ਕੋਈ ਵੀ ਐਰਰ ਨਹੀਂ ਹੋਏਗਾ ਇਹਦੇ ਵਿੱਚ। ਕੈਲਕੂਲੇਸ਼ਨਸ ਦੇ ਵਿੱਚ, ਡੇਟਾ ਐਂਟਰੀ ਦੇ ਵਿੱਚ ਇਨਸ਼ਿਓਰ ਕਰਦਾ, ਪੱਕਾ ਕਰਦਾ ਹੈ ਕਿ ਤੁਹਾਡੇ ਜਿਹੜੇ ਫਾਈਨੈਂਸ਼ੀਅਲ ਰਿਕਾਰਡਸ ਹੈ ਉਹਨਾਂ ਉੱਤੇ ਤੁਸੀਂ ਰਿਲਾਈ ਕਰ ਸਕਦੇ ਹੋ, ਮਤਲਬ ਵਿਸ਼ਵਾਸ ਕਰ ਸਕਦੇ ਹੋ, ਉਹ ਬਹੁਤ ਜ਼ਿਆਦਾ ਐਕਿਊਰੇਟ ਨੇ। ਕੋਸਟ ਇਫੈਕਟਿਵ। ਹੁਣ ਜੇ ਤੁਸੀਂ CA ਵਗੈਰਾ ਹਾਇਰ ਕਰੋਗੇ ਤਾਂ ਉਹਨਾਂ ਨੂੰ ਤੁਹਾਨੂੰ ਸੈਲਰੀ ਦੇਣੀ ਪਏਗੀ ਔਰ ਤੁਹਾਨੂੰ ਪਤਾ ਹੀ ਹੈ CA ਦੀ ਸੈਲਰੀਜ਼ ਵੀ ਕਿੰਨੀ ਜ਼ਿਆਦਾ ਹੁੰਦੀ ਹੈ। ਤਾਂ ਇਹ ਜਿਹੜਾ ਸੋਫਟਵੇਅਰ ਹੈ ਜਾਂ ਫਿਰ ਕੰਪਿਊਟਰਾਈਜ਼ ਅਕਾਊਂਟਿੰਗ ਦਾ ਮੈਥਡ ਹੈ ਬਹੁਤ ਜ਼ਿਆਦਾ ਕੋਸਟ ਇਫੈਕਟਿਵ ਹੋ ਜਾਂਦਾ ਹੈ। ਰਿਡਿਊਸ ਕਰ ਦਿੰਦਾ ਲੇਬਰ ਕੋਸਟ, ਸੈਲਰੀਜ਼ ਵਗੈਰਾ ਘੱਟ ਹੋ ਜਾਂਦੀਆਂ। ਓਵਰ ਟਾਈਮ ਬਾਈ ਆਟੋਮੇਟਿੰਗ ਮੈਨੂਅਲ ਪ੍ਰੋਸੈਸ। ਠੀਕ ਹੈ, ਜਿਹੜਾ ਕੰਮ ਮੈਂ CA ਤੋਂ ਕਰਵਾਉਣਾ ਉਹ ਕੰਮ ਇਹ ਖੁਦ ਕਰ ਦੇਗਾ ਅਤੇ CA ਦੀ ਸੈਲਰੀ ਦੇਣ ਦੀ ਬਜਾਏ ਮੈਂ ਅਗਰ ਇੱਕ ਸੋਫਟਵੇਅਰ ਇੰਸਟਾਲ ਕਰਵਾ ਲਾ ਤਾਂ ਉਹ ਮੇਰੀ ਕੰਪਨੀ ਲਈ ਜ਼ਿਆਦਾ ਬੈਨੀਫੀਸ਼ੀਅਲ ਰਹੇਗਾ। ਡਿਸਪਾਈਟ ਇਨੀਸ਼ੀਅਲ ਸੈਟਅਪ ਕੋਸਟ। ਠੀਕ ਹੈ, ਕਹਿੰਦੇ ਕਿ ਇਨੀਸ਼ੀਅਲ ਸੈਟਅਪ ਕੋਸਟ ਤਾਂ ਲੱਗਦੀ ਹੀ ਲੱਗਦੀ ਹੈ ਪਰ ਉਦੋਂ ਬਾਅਦ ਕੋਈ ਕੋਸਟ ਨਹੀਂ ਲੱਗਦੀ। ਬਟ ਜਿਹੜੀ ਸੈਲਰੀ ਉਹ ਮੈਨੂੰ ਹਰ ਮੰਥ ਆਪਣੇ ਇੰਪਲੋਈਜ਼ ਨੂੰ ਪੇ ਕਰਨੀ ਪਏਗੀ ਜਿਹਦੇ ਨਾਲ ਮੇਰੀ ਕੋਸਟ ਜ਼ਿਆਦਾ ਹੋ ਜਾਏਗੀ ਮੇਰੇ ਬਿਜ਼ਨਸ ਦੇ ਵਿੱਚ। ਇਸ ਕਰਕੇ ਜਿਹੜਾ ਆਟੋਮੇਸ਼ਨ ਵਾਲਾ ਜਿਹੜਾ ਕੰਪਿਊਟਰਾਈਜ਼ ਅਕਾਊਂਟਿੰਗ ਵਾਲਾ ਮੈਥਡ ਆ ਉਹ ਬਹੁਤ ਜ਼ਿਆਦਾ ਕੋਸਟ ਇਫੈਕਟਿਵ ਹੈ। ਨੈਕਸਟ ਹੈ ਰੀਅਲ ਟਾਈਮ ਇਨਸਾਈਟਸ। ਜਦੋਂ ਜੋ ਚੀਜ਼ ਹੋਈ ਉਦੋਂ ਇਹਨੇ ਉਸੇ ਚੀਜ਼ ਨੂੰ ਉਸੇ ਟਾਈਮ ਰਿਕਾਰਡ ਕਰ ਦੇਣਾ ਤਾਂ ਇਹ ਰੀਅਲ ਟਾਈਮ ਇਨਸਾਈਟਸ ਦਿੰਦਾ। ਪ੍ਰੋਵਾਈਡਸ ਅਪ ਟੂ ਡੇਟ ਫਾਈਨੈਂਸ਼ੀਅਲ ਇਨਫੋਰਮੇਸ਼ਨ ਫॉर द ਬੈਟਰ ਡਿਸੀਜਨ ਮੇਕਿੰਗ। ਠੀਕ ਹੈ, ਮੰਨ ਲਓ ਅੱਜ ਹੈਗੀ ਆਪਣੇ ਕੋਲ 8 ਤਰੀਕ। ਠੀਕ ਹੈ, ਅੱਜ ਕੋਈ ਟ੍ਰਾਂਜੈਕਸ਼ਨ ਹੋਈ ਅਤੇ ਉਹਦੇ ਲਈ ਮੈਨੂੰ ਵੇਟ ਕਰਨੀ ਪਏਗੀ ਮੇਰੇ ਅਕਾਊਂਟੈਂਟ ਦੀ। ਹੁਣ ਉਹ ਜੇ 8 ਤਰੀਕ ਨੂੰ ਨਾ ਆਇਆ, ਮੰਨ ਲਓ ਉਹ 9 ਤਰੀਕ ਨੂੰ ਆਇਆ ਤਾਂ ਜਿਹੜੀ 8 ਤਰੀਕ ਵਾਲੀ ਟ੍ਰਾਂਜੈਕਸ਼ਨ ਹੈ ਉਹ ਜਾ ਕੇ 9 ਤਰੀਕ ਨੂੰ ਰਿਕਾਰਡ ਹੋਏਗੀ। ਪਰ ਕੰਪਿਊਟਰਾਈਜ਼ਡ ਅਕਾਊਂਟਿੰਗ ਦੇ ਵਿੱਚ ਇੱਦਾਂ ਕੁਛ ਨਹੀਂ ਹੁੰਦਾ। ਜੇ 8 ਤਰੀਕ ਨੂੰ ਆਪਣੀ ਕੋਈ ਟ੍ਰਾਂਜੈਕਸ਼ਨ ਹੋਈ ਹੈ ਤਾਂ ਉਸੇ ਟਾਈਮ ਉੱਥੇ ਆਟੋਮੈਟਿਕ ਤਰੀਕੇ ਦੇ ਨਾਲ ਰਿਕਾਰਡ ਹੋ ਜਾਏਗਾ। ਮੰਨ ਲਓ ਐਗਜ਼ਾਮਪਲ ਵੀ ਲਿਖਿਆ ਮੈਂ ਤੁਹਾਡੇ ਲਈ ਪੰਜਾਬੀ ਦੇ ਵਿੱਚ ਤੁਹਾਡੀ ਬੈਟਰ ਅੰਡਰਸਟੈਂਡਿੰਗ ਲਈ। ਮੰਨ ਲਓ ਇੱਕ ਦੁਕਾਨਦਾਰ ਹੈ, ਅਕਾਊਂਟਿੰਗ ਸੋਫਟਵੇਅਰ ਯੂਜ਼ ਕਰਦਾ ਹੈ। ਜਦੋਂ ਵੀ ਉਹ ਕੋਈ ਸਮਾਨ ਵੇਚਦਾ ਹੈ ਤਾਂ ਸੋਫਟਵੇਅਰ ਵਿੱਚ ਐਂਟਰੀ ਹੋ ਜਾਂਦੀ ਹੈ। ਉਸ ਸਮੇਂ ਮਾਲਕ ਮੋਬਾਈਲ 'ਤੇ ਵੇਖ ਸਕਦਾ ਹੈ ਕਿ ਅੱਜ ਤੱਕ ਕਿੰਨਾ ਮਾਲ ਵਿਕ ਚੁੱਕਾ ਹੈ, ਮਤਲਬ ਅੱਜ ਤੱਕ ਮੇਰਾ ਕਿੰਨਾ ਸਮਾਨ ਜਾ ਚੁੱਕਾ ਹੈ, ਕਿੰਨਾ ਸਟਾਕ ਬਚਿਆ ਹੋਇਆ ਹੈ, ਕਿੰਨੀ ਟ੍ਰਾਂਜੈਕਸ਼ਨਸ ਹੋਈ ਹੈ, ਉਹ ਉਸੇ ਟਾਈਮ ਹੀ ਦੇਖ ਸਕਦਾ ਹੈ। ਠੀਕ ਹੈ, ਇਸ ਨਾਲ ਉਹ ਤੁਰੰਤ ਫੈਸਲਾ ਕਰ ਸਕਦਾ ਹੈ ਕਿ ਜਿਹੜਾ ਸਮਾਨ ਦੁਬਾਰਾ ਆਰਡਰ ਕਰਨਾ ਹੈ ਜਾਂ ਸਟਾਕ ਖਤਮ ਹੋ ਗਿਆ ਤਾਂ ਉਹ ਰੀਆਰਡਰ ਕਰ ਦਿੰਦਾ। ਇਹ ਸਭ ਇਨਫੋਰਮੇਸ਼ਨ ਸਾਨੂੰ ਕੌਣ ਦਿੰਦਾ? ਕੰਪਿਊਟਰਾਈਜ਼ਡ ਅਕਾਊਂਟਿੰਗ ਦਿੰਦਾ। ਅਗਰ ਕੰਪਿਊਟਰਾਈਜ਼ਡ ਅਕਾਊਂਟਿੰਗ ਨਾ ਹੋਏ ਤਾਂ ਇਹਦੇ ਵਿੱਚ ਡਿਲੇ ਹੋ ਜਾਏਗਾ। ਪਹਿਲਾਂ ਮੈਂ ਜਾ ਕੇ ਆਪਣੇ ਸਟੋਰ ਕੀਪਰ ਨੂੰ ਪੁੱਛੂੰਗੀ ਕਿੰਨਾ ਸਮਾਨ ਪਿਆ ਹੈ, ਜ਼ਰੂਰਤ ਹੈ ਇਹ ਸਮਾਨ ਮੰਗਵਾਉਣ ਦੀ ਜਾਂ ਨਹੀਂ, ਫਿਰ ਜਾ ਕੇ ਕਿਤੇ ਸਮਾਨ ਨੂੰ ਆਰਡਰ ਕੀਤਾ ਜਾਏਗਾ। ਪਰ ਇਹਦੇ ਥਰੂ ਆਪਾਂ ਰੀਅਲ ਟਾਈਮ ਇਨਸਾਈਟਸ ਦੇਖ ਕੇ ਜੇ ਮੇਰਾ ਸਮਾਨ ਖਤਮ ਹੋਣ ਵਾਲਾ ਮੈਂ ਉਸੇ ਟਾਈਮ ਆਰਡਰ ਕਰ ਦੂੰਗੀ। ਨੈਕਸਟ ਹੈ ਈਜ਼ੀ ਰਿਪੋਰਟਿੰਗ। ਜਨਰੇਟਸ ਕਰਦਾ ਹੈ ਐਕਿਊਰੇਟ ਔਰ ਕਸਟਮਾਈਜ਼ੇਬਲ ਫਾਈਨੈਂਸ਼ੀਅਲ ਰਿਪੋਰਟਸ ਜੋ ਆਪਾਂ ਫੀਚਰਸ ਦੇ ਵਿੱਚ ਵੀ ਪੜ੍ਹਿਆ। ਠੀਕ ਹੈ, ਜੇ ਮੈਨੂੰ ਬੈਲੈਂਸ ਸ਼ੀਟ ਚਾਹੀਦੀ ਹੈ ਬੈਲੈਂਸ ਸ਼ੀਟ ਨਿਕਾਲ ਦੇਗਾ, ਜੇ ਮੈਨੂੰ P&L ਚਾਹੀਦਾ P&L ਨਿਕਾਲ ਦੂਗਾ, ਜੇ ਮੈਨੂੰ ਕੈਸ਼ ਫਲੋ ਸਟੇਟਮੈਂਟ ਚਾਹੀਦੀ ਹੈ ਤਾਂ ਮੈਨੂੰ ਕੈਸ਼ ਫਲੋ ਸਟੇਟਮੈਂਟ ਦੇ ਦੇ। ਐਗਜ਼ਾਮਪਲ ਦੇਖੋ, ਮੰਨ ਲਓ ਇੱਕ ਦੁਕਾਨਦਾਰ ਨੇ ਸਾਰੀ ਸੇਲਸ ਤੇ ਪਰਚੇਜ਼ਿਸ ਅਕਾਊਂਟਿੰਗ ਸੋਫਟਵੇਅਰ ਵਿੱਚ ਦਾਖਲ ਕੀਤੀਆਂ ਨੇ, ਮਤਲਬ ਉੱਥੇ ਐਂਟਰੀਜ਼ ਪਾਈਆਂ ਹੋਈਆਂ। ਹੁਣ ਜਦੋਂ ਉਸਨੂੰ P&L ਰਿਪੋਰਟ ਜਾਂ GST ਰਿਪੋਰਟ ਚਾਹੀਦੀ ਹੈ
ਉਹ ਸੌਫਟਵੇਅਰ 'ਚ ਸਿਰਫ ਇੱਕ ਕਲਿੱਕ ਕਰਦਾ, ਰਿਪੋਰਟ ਤੁਰੰਤ ਤਿਆਰ ਹੋ ਜਾਂਦੀ ਹੈ ਅਤੇ ਸਹੀ ਤਰੀਕੇ ਦੇ ਨਾਲ ਬਣ ਜਾਂਦੀ ਹੈ। ਤਾਂ ਇਹ ਇੱਕ ਫਾਇਦਾ ਹੈ ਕੰਪਿਊਟਰਾਈਜ਼ਡ ਅਕਾਊਂਟਿੰਗ ਦਾ। ਨੈਕਸਟ ਦੇਖੋ, ਡੇਟਾ ਬੈਕਅਪ ਐਂਡ ਰਿਕਵਰੀ ਇੰਸ਼ੋਰਸ ਡੇਟਾ ਸੇਫਟੀ ਥਰੂ ਰੈਗੂਲਰ ਬੈਕਅਪ। ਹਰ ਰੋਜ਼ ਜਿੱਦਾਂ ਆਪਣੇ ਵਟਸਐਪ ਹੋ ਗਿਆ, ਵਟਸਐਪ ਦੇ ਵਿੱਚ ਆਪਣਾ ਰੂਟੀਨ ਦਾ ਬੈਕਅਪ ਜਾਂਦਾ ਨਾ, ਡੇਲੀ ਬੈਕਅਪ, ਉੱਦਾਂ ਹੀ ਇਹ ਸੌਫਟਵੇਅਰ ਵੀ ਸਾਨੂੰ ਬੈਕਅਪ ਫੈਸਿਲਿਟੀਜ਼ ਪ੍ਰੋਵਾਈਡ ਕਰਦਾ ਹੈ। ਅਗਰ ਇਨ ਕੇਸ ਸਾਡਾ ਡੇਟਾ ਲੋਸ ਹੋ ਗਿਆ ਤਾਂ ਆਪਾਂ ਉੱਥੋਂ ਰਿਕਵਰ ਕਰ ਸਕਦੇ ਹਾਂ। ਐਗਜ਼ਾਮਪਲ ਦੇਖ ਲੈਂਦੇ ਹਾਂ। ਮੰਨ ਲਓ ਇੱਕ ਦੁਕਾਨਦਾਰ ਹੈ, ਟੈਲੀ ਵਿੱਚ ਸਾਰੀ ਐਂਟਰੀਜ਼ ਪਾਉਂਦਾ ਹੈ। ਟੈਲੀ ਇੱਥੇ ਆਪਾਂ ਲਿਆ ਹੋਇਆ ਸੌਫਟਵੇਅਰ, ਠੀਕ ਹੈ। ਟੈਲੀ ਮੈਂ ਤੁਹਾਨੂੰ ਪੜ੍ਹਾਇਆ ਨਾ ਇੱਕ ਸੌਫਟਵੇਅਰ, ਜੇ ਉਸਦਾ ਕੰਪਿਊਟਰ ਖਰਾਬ ਹੋ ਜਾਵੇ ਜਾਂ ਵਾਇਰਸ ਆ ਜਾਵੇ ਤਾਂ ਸੌਫਟਵੇਅਰ ਵਿੱਚ ਕੀਤਾ ਬੈਕਅਪ ਉਸਨੂੰ ਬਚਾ ਲੈਂਦਾ ਹੈ ਅਤੇ ਸਾਰਾ ਦਾ ਸਾਰਾ ਡੇਟਾ ਦੁਬਾਰਾ ਤੋਂ ਰਿਕਵਰ ਹੋ ਜਾਂਦਾ ਹੈ। ਨੈਕਸਟ ਹੈ ਸਕੇਲੇਬਿਲਿਟੀ। ਉਹੀ ਚੀਜ਼ ਸਾਈਜ਼ ਦੇ ਅਕੋਰਡਿੰਗ ਅਡੈਪਟ ਕਰ ਲੇਗਾ, ਈਜ਼ਲੀ ਅਡੈਪਟਸ ਟੂ ਗਰੋਇੰਗ ਬਿਜ਼ਨਸ ਨੀਡਸ ਵਿਦਆਊਟ ਸਿਗਨੀਫਿਕੈਂਟ ਚੇਂਜਸ ਟੂ ਦਾ ਸਿਸਟਮ। ਸਿਸਟਮ ਨੂੰ ਬਦਲਣ ਦੀ ਲੋੜ ਨਹੀਂ ਹੈ ਅਤੇ ਉਹ ਸੌਫਟਵੇਅਰ ਅਗਰ ਸਾਡੀ ਨੀਡਸ ਵੱਧ ਗਈਆਂ ਉਹਦੇ ਅਕੋਰਡਿੰਗ ਚੇਂਜ ਹੋ ਜਾਏਗਾ। ਹੁਣ ਦੇਖੋ, ਮੰਨ ਲਓ ਇੱਕ ਛੋਟਾ ਪਹਿਲਾਂ ਸਿਰਫ 50 ਆਈਟਮਸ ਦੀ ਅਕਾਊਂਟਿੰਗ ਕਰਦੀ ਸੀ, ਬਾਅਦ ਵਿੱਚ ਉਸਨੇ ਆਪਣਾ ਕਾਰੋਬਾਰ ਵਧਾ ਲਿਆ ਅਤੇ 500 ਆਈਟਮਸ ਕਰ ਲਿਆ, ਅਤੇ ਇਹ ਸੌਫਟਵੇਅਰ 500 ਆਈਟਮਸ ਨੂੰ ਵੀ ਈਜ਼ਲੀ ਰਿਕਾਰਡ ਕਰ ਲੇਗਾ। ਇਹ ਨਹੀਂ ਕਿ ਇਹਦੇ ਲਈ ਨਵਾਂ ਸੌਫਟਵੇਅਰ ਲਿਆਉਣਾ ਪਏਗਾ। ਨੈਕਸਟ ਹੈ ਇਹ ਅਕਾਊਂਟਿੰਗ ਸੌਫਟਵੇਅਰ ਵਿੱਚ ਨਵੇਂ ਆਈਟਮਸ ਐਡ ਕਰਨੇ ਪੈਂਦੇ ਨੇ ਅਤੇ ਸਿਸਟਮ ਆਪਣੀ ਲੋੜ ਦੇ ਅਨੁਸਾਰ ਚੇਂਜ ਹੋ ਜਾਂਦਾ ਹੈ, ਠੀਕ ਹੈ। ਸਿਸਟਮ ਨੂੰ ਨਹੀਂ ਚੇਂਜ ਕਰਨਾ ਪੈਂਦਾ। ਇੰਪਰੂਵਡ ਕੋਲੈਬੋਰੇਸ਼ਨਸ। Cloud-based system allow multiple users to access work on data simultaneously। देखो, मान लो मैनेजर है, मैनेजर ने भी कुछ चीज़ा देखनी है, ठीक है, और कुछ तुहाडे सबऑर्ਡੀਨੇਟਸ है कंपनी ਦੇ ਵਿੱਚ, ਉਹਨਾਂ ਨੇ ਵੀ ਦੇਖਣੀ ਹੈ ਅਤੇ ਪਾਰਟਨਰਸ ਨੇ ਵੀ ਦੇਖਣੀ ਹੈ। ਹੁਣ ਤਿੰਨਾਂ ਨੇ ਇੱਕੋ ਹੀ ਚੀਜ਼ ਨੂੰ ਐਕਸੈਸ ਕਰਨਾ। ਜੇ ਮੈਂ ਗੱਲ ਕਰਾਂ, ਅਗਰ ਮੇਰੇ ਕੋਲ ਮੈਨੂਅਲ ਰਜਿਸਟਰਸ ਹੁੰਦੇ ਤਾਂ ਇੱਕ ਟਾਈਮ 'ਤੇ ਉਹ ਰਜਿਸਟਰ ਇੱਕ ਹੀ ਬੰਦਾ ਦੇਖ ਸਕਦਾ ਸੀ। ਮੰਨ ਲਓ ਮੈਨੇਜਰ ਦੇਖ ਰਿਹਾ ਸੀ ਤਾਂ ਇਹਨਾਂ ਨੂੰ ਵੇਟ ਕਰਨੀ ਪੈਂਦੀ ਸੀ। ਪਰ ਹੁਣ ਜਿਹੜਾ ਕੰਪਿਊਟਰਾਈਜ਼ ਸਿਸਟਮ ਹੈ, ਇਹਦੇ ਵਿੱਚ ਡੇਟਾ ਨੂੰ ਸਾਈਮਲਟੇਨੀਅਸਲੀ ਮਤਲਬ ਇਕੱਠੇ ਯੂਜ਼ ਕੀਤਾ ਜਾ ਸਕਦਾ। ਜੇ ਮੈਨੇਜਰ ਚਾਹੇ ਉਹ ਵੀ ਦੇਖ ਸਕਦਾ ਹੈ ਪਾਸਵਰਡ ਐਂਟਰ ਕਰਕੇ, ਜੇ ਬਾਕੀ ਲੋਕ ਚਾਹਣ ਜਿੱਦਾਂ ਸਬऑर्ਡੀਨੇਟਸ ਔਰ ਪਾਰਟਨਰਸ ਚਾਹਣ ਉਹ ਵੀ ਦੇਖ ਸਕਦੇ ਨੇ, ਅਤੇ ਇੱਕ ਟਾਈਮ 'ਤੇ ਅਲੱਗ-ਅਲੱਗ ਜਗ੍ਹਾ 'ਤੇ ਬਹਿ ਕੇ ਆਪਾਂ ਉਸ ਡੇਟਾ ਨੂੰ ਐਕਸੈਸ ਕਰ ਸਕਦੇ ਹਾਂ ਬਹੁਤ ਜ਼ਿਆਦਾ ਈਜ਼ੀ ਤਰੀਕੇ ਦੇ ਨਾਲ। ਨੈਕਸਟ ਦੇਖੋ, ਐਗਜ਼ਾਮਪਲ ਲਿਖਿਆ ਤੁਹਾਡੇ ਲਈ ਮੈਂ ਕਿ ਤੁਹਾਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਸਮਝ ਆ ਜਾਵੇ। ਇੱਕ ਕੰਪਨੀ ਵਿੱਚ ਅਕਾਊਂਟੈਂਟ ਹੈ ਜੋ ਚੰਡੀਗੜ੍ਹ ਦੇ ਵਿੱਚ ਬੈਠਾ ਹੈ ਅਤੇ ਮੈਨੇਜਰ ਦਿੱਲੀ ਦੇ ਵਿੱਚ ਬੈਠਾ ਹੈ। ਦੋਵੇਂ ਇਕੱਠੇ ਕਲਾਊਡ ਬੇਸਡ ਅਕਾਊਂਟਿੰਗ ਦੇ ਵਿੱਚ ਲੌਗਇਨ ਕਰਕੇ ਆਪਣੀ ਸੇਲਸ ਰਿਪੋਰਟਸ ਨੂੰ ਦੇਖ ਸਕਦੇ ਹੈ ਅਤੇ ਐਕਸਪੈਂਸ ਦੀ ਐਂਟਰੀਜ਼ ਨੂੰ ਵੀ ਦੇਖ ਸਕਦੇ ਹੈ। ਮਤਲਬ ਕੋਈ ਵੀ ਚੀਜ਼ ਦੇਖਣੀ ਹੋਏ, ਆਪਾਂ ਕਿਤੇ ਵੀ ਬੈਠੇ ਹੋਈਏ, ਮੰਨ ਲਓ ਮੈਨੇਜਰ ਨੇ ਦੇਖਣੀ ਹੈ, ਮੰਨ ਲਓ ਕਿਸੇ CA ਨੇ ਦੇਖਣੀ ਹੈ, ਉਹ ਕਿਤੇ ਵੀ ਬਹਿ ਕੇ ਇਹਨੂੰ ਐਕਸੈਸ ਕਰ ਸਕਦਾ ਹੈ। ਐਗਜ਼ਾਮਪਲ ਨੰਬਰ 2 ਵੀ ਦੇਖ ਸਕਦੇ ਹੋ, ਜੇ ਆਡੀਟਰ ਨੂੰ ਆਡਿਟ ਕਰਨ ਨਾ ਹੋਵੇ ਤਾਂ ਉਸਨੂੰ ਕੰਪਨੀ 'ਚ ਆਉਣ ਦੀ ਲੋੜ ਨਹੀਂ ਹੈ। ਉਹ ਆਪਣੇ ਘਰ ਬੈਠੇ ਬੈਠੇ ਹੀ ਅਕਾਊਂਟ ਦੇ ਵਿੱਚ ਆਪਣੇ ਸਿਸਟਮ ਦੇ ਵਿੱਚ ਲੌਗਇਨ ਕਰੇਗਾ ਅਤੇ ਆਪਣੀ ਐਂਟਰੀਜ਼ ਨੂੰ ਦੇਖ ਲਵੇਗਾ, ਠੀਕ ਹੈ। ਨੈਕਸਟ ਦੇਖੋ, ਕੰਪਲਾਇੰਸ। ਕੰਪਲਾਇੰਸ ਦਾ ਮਤਲਬ ਹੁੰਦਾ ਹੈ ਕਿ ਜੋ ਸਾਡੇ ਲੋਜ਼ ਹੈ ਉਹਦੇ ਅਕੋਰਡਿੰਗ ਇਹ ਚੀਜ਼ ਫਿੱਟ ਬੈਠ ਰਹੀ ਹੈ, ਮਤਲਬ ਉਹਦੇ ਅਕੋਰਡਿੰਗ ਇਹ ਚੀਜ਼ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ। ਸਿੰਪਲੀਫਾਈਜ਼ ਅਡਹੈਰੈਂਸ ਟੂ ਟੈਕਸ ਲੋਜ਼ ਐਂਡ ਫਾਈਨੈਂਸ਼ੀਅਲ ਰੈਗੂਲੇਸ਼ਨਸ ਬਿਲਟ ਇਨ ਕੰਪਲਾਇੰਸ ਫੀਚਰ। ਇਹਦੇ ਅੰਦਰ ਹੀ ਕੰਪਲਾਇੰਸ ਫੀਚਰ ਹੁੰਦਾ। ਬਿਲਟ ਇਨ ਦਾ ਮਤਲਬ ਹੈ ਇਹਨਾਂ ਸੌਫਟਵੇਅਰਸ ਦੇ ਅੰਦਰ ਹੀ ਕੰਪਲਾਇੰਸ ਫੀਚਰ ਹੁੰਦਾ ਹੈ ਕਿ ਜੋ ਵੀ ਸਾਡੇ ਰੂਲਸ ਔਰ ਰੈਗੂਲੇਸ਼ਨ ਹੈ ਰਿਗਾਰਡਿੰਗ ਅਕਾਊਂਟਿੰਗ, ਉਹਨਾਂ ਨੂੰ ਫੋਲੋ ਕਰਨਾ ਹੈ ਅਤੇ ਆਟੋਮੈਟਿਕਲੀ ਉਹਨਾਂ ਨੂੰ ਫੋਲੋ ਕਰਦੇ। ਐਗਜ਼ਾਮਪਲ ਦੇਖ ਲਓ, ਇਹ ਅਕਾਊਂਟਿੰਗ ਸੌਫਟਵੇਅਰ ਵਿੱਚ ਬਿਲਟ ਇਨ ਕੰਪਲਾਇੰਸ ਫੀਚਰ ਹੁੰਦਾ ਹੈ ਜੋ ਇਹ ਪ੍ਰੋਸੈਸ ਆਸਾਨ ਬਣਾ ਦਿੰਦਾ ਹੈ। ਮਤਲਬ ਕਿ ਅਗਰ ਮੈਂ ਕਹਾਂ ਟੈਕਸ ਦੇ ਰਿਲੇਟਿਡ ਕੋਈ ਪੋਲਿਸੀਜ਼ ਵਗੈਰਾ ਆਈਆਂ ਹੈ, ਗਵਰਨਮੈਂਟ ਨੇ ਪਾਈ ਹੈ, ਤਾਂ ਇਹ ਸੌਫਟਵੇਅਰ ਆਪਣੇ ਆਪ ਉਸ ਚੀਜ਼ ਨੂੰ ਅਡੈਪਟ ਕਰਕੇ ਆਪਣੇ ਆਪ ਪ੍ਰੋਸੈਸ ਕਰੇਗਾ। ਨੈਕਸਟ ਦੇਖੋ, ਮੰਨ ਲਓ ਇੱਕ ਦੁਕਾਨਦਾਰ ਟੈਲੀ ਵਿੱਚ ਸੇਲਸ ਔਰ ਪਰਚੇਜ਼ ਦੀ ਐਂਟਰੀ ਕਰਦਾ ਹੈ ਅਤੇ ਸੌਫਟਵੇਅਰ ਦੇ ਵਿੱਚ ਆਪਣੇ ਆਪ GST ਦੀ ਕੈਲਕੂਲੇਸ਼ਨ ਕਰਕੇ ਉਹਨੂੰ GST ਦੀ ਰਿਪੋਰਟ ਵੀ ਮਿਲ ਜਾਏਗੀ ਕਿ ਤੁਸੀਂ ਇੰਨਾ GST ਭਰਨਾ, ਠੀਕ ਹੈ। ਇਸ ਨਾਲ ਦੁਕਾਨਦਾਰ ਨੂੰ ਟੈਕਸ ਲੋ ਫੋਲੋ ਕਰਨ ਦੀ ਵਿੱਚ ਕੋਈ ਦਿੱਕਤ ਨਹੀਂ ਆਉਂਦੀ, ਆਟੋਮੈਟਿਕਲੀ ਇਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ। ਅਸੈਸਿਬਿਲਿਟੀ ਦਾ ਮਤਲਬ ਉਹੀ ਹੈ ਕਿਤੇ ਬਹਿ ਕੇ, ਕਿਸੇ ਵੀ ਜਗ੍ਹਾ 'ਤੇ ਬਹਿ ਕੇ ਸਿਰਫ ਇੱਕ ਇੰਟਰਨੈਟ ਕਨੈਕਸ਼ਨ ਦੇ ਨਾਲ ਮੈਂ ਆਪਣੇ ਡੇਟਾ ਨੂੰ ਦੇਖ ਸਕਦੀ ਹਾਂ, ਚੈੱਕ ਕਰ ਸਕਦੀ ਹਾਂ, ਮੈਨੂੰ ਸਟਾਕ ਮੰਗਵਾਉਣ ਦੀ ਜ਼ਰੂਰਤ ਹੈ ਜਾਂ ਨਹੀਂ ਹੈ, ਇਹ ਸਾਰੀਆਂ ਚੀਜ਼ਾਂ ਆਪਾਂ ਦੇਖ ਸਕਦੇ ਹਾਂ। ਐਕਸੈਸਿਬਿਲਿਟੀ ਦਾ ਮਤਲਬ ਹੁੰਦਾ ਹੈ ਕਿ ਜੇ ਅਕਾਊਂਟਿੰਗ ਸਿਸਟਮ ਕਲਾਊਡ ਬੇਸਡ ਹੈ, ਕਿਤੇ ਵੀ ਬਹਿ ਕੇ ਕਦੋਂ ਵੀ ਇੰਟਰਨੈਟ ਦੇ ਨਾਲ ਐਕਸੈਸ ਕੀਤਾ ਜਾ ਸਕਦਾ ਹੈ। ਐਕਸੈਸ ਦਾ ਮਤਲਬ ਉਹਨੂੰ ਯੂਜ਼ ਕੀਤਾ ਜਾ ਸਕਦਾ ਹੈ, ਠੀਕ ਹੈ। ਐਗਜ਼ਾਮਪਲ ਦੇਖ ਲਓ, ਇੱਕ ਦੁਕਾਨਦਾਰ ਆਪਣੇ ਘਰ ਤੋਂ ਮੋਬਾਈਲ 'ਚ ਲੌਗਇਨ ਕਰਕੇ ਵੇਖ ਸਕਦਾ ਹੈ ਕਿ ਅੱਜ ਦੁਕਾਨ ਦੇ ਵਿੱਚ ਕਿੰਨੀ ਸੇਲਸ ਹੋਈ।
अगर बिजनेसमैन ने किते जाना है, ठीक है, ओनर ने किते जाना कोई अर्जेंट काम दे करके, फैमिली इशू कुछ भी, ਤਾਂ ਉਹ ਘਰ ਬਹਿ ਕੇ ਕਿਸੇ ਵੀ ਜਗ੍ਹਾ 'ਤੇ ਬਹਿ ਕੇ ਆਪਣੇ ਸਿਰਫ ਲੌਗਇਨ ਪਾਏਗਾ ਆਪਣੇ ਮੋਬਾਈਲ ਦੇ ਵਿੱਚ ਇਸ ਸੋਫਟਵੇਅਰ ਦੇ ਵਿੱਚ, ਔਰ ਆਪਣੀ ਸਾਰੀ ਡਿਟੇਲਸ ਦੇਖੇਗਾ ਕਿ ਹੁਣ ਇਸ ਟਾਈਮ ਤੱਕ ਕਿੰਨੀ ਸੇਲਸ ਹੋ ਚੁੱਕੀਆਂ, ਕਿੰਨਾ ਸਟਾਕ ਹਜੇ ਬਚਿਆ ਹੋਇਆ, ਇਹ ਸਾਰੀਆਂ ਚੀਜ਼ਾਂ ਈਜ਼ੀ ਹੋ ਚੁੱਕੀਆਂ ਇਸ ਕੰਪਿਊਟਰਾਈਜ਼ਡ ਅਕਾਊਂਟਿੰਗ ਦੇ ਥਰੂ। ਨਹੀਂ ਤਾਂ ਤੁਸੀਂ ਹੁਣ ਪੜ੍ਹਦੇ ਹੀ ਆਏ ਹੋ ਕਿ ਲੈਜਰ ਇੱਦਾਂ ਬਣਦਾ ਹੈ, ਪਾਰਟਨਰਸ ਅਕਾਊਂਟ ਇੱਦਾਂ ਬਣਦੇ ਹੈ, ਜਰਨਲ ਇੱਦਾਂ ਬਣਦਾ, ਉਹ ਸਭ ਚੀਜ਼ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਇਹ ਇੱਕ ਸੋਫਟਵੇਅਰ ਆਪਣੇ ਆਪ ਸਾਰੀਆਂ ਚੀਜ਼ਾਂ ਕਰੇਗਾ। ਨੈਕਸਟ ਆਉਂਦੀ ਹੈ ਹੁਣ ਸਾਡੇ ਕੋਲ ਡਿਸਐਡਵਾਂਟੇਜਸ ਆਫ ਕੰਪਿਊਟਰਾਈਜ਼ਡ ਅਕਾਊਂਟਿੰਗ। ਸਭ ਤੋਂ ਪਹਿਲਾਂ ਐਕਸਪੈਂਸਿਵ ਸਟਾਰਟ। ਇਹਦੇ ਸਭ ਤੋਂ ਪਹਿਲਾਂ ਇਨੀਸ਼ੀਅਲ ਇਹਨੂੰ ਸੈਟਅਪ ਕਰਨ ਦੀ ਜਿਹੜੀ ਕੋਸਟ ਆ ਉਹ ਬਹੁਤ ਜ਼ਿਆਦਾ ਹਾਈ ਹੁੰਦੀ ਹੈ। ਉਸ ਤੋਂ ਬਾਅਦ ਇਹਦੇ ਉੱਤੇ ਕੋਈ ਖਰਚਾ ਨਹੀਂ ਆਉਂਦਾ। ਸੋਫਟਵੇਅਰ ਕੰਪਿਊਟਰਸ ਐਂਡ ਟ੍ਰੇਨਿੰਗ ਕੈਨ ਕੋਸਟ ਅ ਲੋਟ ਐਟ ਫਸਟ, ਠੀਕ ਹੈ, ਪਹਿਲੇ ਇਹਦੇ 'ਤੇ ਬਹੁਤ ਜ਼ਿਆਦਾ ਕੋਸਟ ਲੱਗਦੀ ਹੈ, ਬਾਅਦ 'ਚੋਂ ਇਹ ਠੀਕ ਹੋ ਜਾਂਦਾ ਹੈ। ਉਸ ਤੋਂ ਬਾਅਦ ਹੈ ਟੈਕ ਪ੍ਰੋਬਲਮਸ, ਟੈਕਨੋਲੋਜੀ ਪ੍ਰੋਬਲਮਸ, ਜਿੱਦਾਂ ਵਾਇਰਸ ਆ ਜਾਣਾ, ਬਗਸ ਆ ਜਾਣੇ, ਕਰੈਸ਼ ਹੋ ਜਾਣਾ, ਤੁਹਾਡਾ ਸਿਸਟਮ ਕੰਮ ਨਹੀਂ ਕਰ ਪਾ ਰਿਹਾ, ਉਹ ਸਾਰੀਆਂ ਚੀਜ਼ਾਂ ਨਾਲ ਇਹ ਸਿਸਟਮ ਰੁਕ ਸਕਦਾ ਹੈ। ਅਤੇ ਜਿੱਥੇ ਇਹਦੀ ਬਹੁਤ ਸਾਰੀ ਐਡਵਾਂਟੇਜਸ ਹੈ, ਫਾਇਦੇ ਹੈ, ਉੱਥੇ ਕੁਛ ਇਹਦੇ ਨੁਕਸਾਨ ਵੀ ਹੈ, ਕਿਉਂਕਿ ਇਹ ਟੈਕਨੋਲੋਜੀ ਬੇਸਡ ਹੈ। ਹੈਕਿੰਗ ਰਿਸਕ, ਤੁਹਾਡਾ ਡੇਟਾ ਸਿਕਿਉਰ ਨਹੀਂ ਹੈ। ਹੈਕਰਸ ਕਦੇ ਵੀ ਫਾਈਨੈਂਸ਼ੀਅਲ ਡੇਟਾ ਨੂੰ ਕਦੇ ਵੀ ਕਿਸੇ ਵੀ ਟਾਈਮ 'ਤੇ ਹੈਕ ਕਰਕੇ ਉਹਨੂੰ ਚੋਰੀ ਕਰ ਸਕਦੇ ਹੈ। ਨੀਡਸ ਟ੍ਰੇਨਿੰਗ, ਹੁਣ ਦੇਖੋ ਜਿਹੜੇ CA ਵਗੈਰਾ ਉਹਨਾਂ ਨੂੰ ਤਾਂ ਪਤਾ, ਉਹਨਾਂ ਨੇ ਪੂਰੀ ਸਟੱਡੀ ਕੀਤੀ ਹੈ, ਉਹਨਾਂ ਕੋਲ ਪੂਰੀ ਐਜੂਕੇਸ਼ਨ ਹੈ ਉਸ ਰਿਲੇਟਿਡ, ਉਹ ਪੂਰੇ ਕੁਆਲੀਫਾਈਡ ਆ ਉਸ ਚੀਜ਼ ਨੂੰ ਕਰਨ ਵਾਸਤੇ। ਪਰ ਹੁਣ ਜਿਹੜਾ ਸੋਫਟਵੇਅਰ ਆਇਆ ਉਹਨੂੰ ਚਲਾਉਣ ਵਾਸਤੇ ਤੁਹਾਨੂੰ ਆਪਣੇ ਇੰਪਲੋਈਜ਼ ਨੂੰ ਸਪੈਸ਼ਲ ਟ੍ਰੇਨਿੰਗ ਦੇਣੀ ਪਏਗੀ। ਇਹ ਕਿੱਦਾਂ ਚੱਲੇਗਾ, ਇਹਦੇ ਵਿੱਚ ਕਿਸ ਟਾਈਮ 'ਤੇ ਕੀ ਚੀਜ਼ ਕਰਨੀ ਆ, ਅਗਰ ਇਹਦੇ ਵਿੱਚ ਵਾਇਰਸ ਆ ਜਾਏ ਤਾਂ ਉਹਨੂੰ ਕਿੱਦਾਂ ਹੈਂਡਲ ਕਰਨਾ ਹੈ, ਤਾਂ ਇਹ ਟ੍ਰੇਨਿੰਗ ਕੋਸਟਲੀ ਹੋ ਸਕਦੀ ਹੈ ਅਤੇ ਇਹਦੇ 'ਤੇ ਖਰਚਾ ਆ ਸਕਦਾ ਹੈ, ਠੀਕ ਹੈ। ਵਰਕਰਸ ਨੀਡ ਟੂ ਲਰਨ ਦ ਸੋਫਟਵੇਅਰ ਵਿਚ ਟੇਕ ਟਾਈਮਸ, ਜਿਹਦੇ ਉੱਤੇ ਟਾਈਮ ਵੀ ਲੱਗਦਾ ਔਰ ਕੋਸਟ ਵੀ ਜ਼ਿਆਦਾ ਲੱਗਦੀ ਹੈ। ਟੈਕ ਡਿਪੈਂਡੈਂਸ ਨੀਡਸ ਪਾਵਰ ਐਂਡ ਇੰਟਰਨੈਟ ਆਊਟੇਜ ਕੈਨ ਕੋਜ਼ ਇਸ਼ੂਜ਼, ਕਹਿੰਦੇ ਇਹਦੇ ਲਈ ਸਾਨੂੰ ਬਿਜਲੀ ਚਾਹੀਦੀ ਹੈ, ਇੰਟਰਨੈਟ ਚਾਹੀਦਾ ਹੈ। ਅਗਰ ਬਿਜਲੀ ਮੰਨ ਲਓ ਪਿੱਛੋਂ ਸਪਲਾਈ ਹੀ ਘੱਟ ਗਈ ਔਰ ਜਿਹੜਾ ਤੁਹਾਡਾ ਸਿਸਟਮ ਹੈ ਪੂਰੀ ਤਰ੍ਹਾਂ ਦੇ ਨਾਲ ਬ੍ਰੇਕਡਾਊਨ ਹੋ ਜਾਏਗਾ। ਜੇ ਤੁਹਾਡਾ ਸਿਸਟਮ ਹੀ ਬ੍ਰੇਕਡਾਊਨ ਹੋ ਗਿਆ ਤਾਂ ਜਿੰਨੀ ਵੀ ਟ੍ਰਾਂਜੈਕਸ਼ਨਸ ਆ ਉਹ ਰਿਕਾਰਡ ਹੀ ਨਹੀਂ ਹੋ ਪਾਊਗੀਆਂ। ਹੁਣ ਉਹ ਰਿਕਾਰਡ ਨਹੀਂ ਹੋ ਪਾਈਆਂ ਤਾਂ ਤੁਹਾਡਾ ਜਿਹੜਾ ਡੇਟਾ ਉਹ ਸਾਰਾ ਦਾ ਸਾਰਾ ਗਲਤ ਆ ਜਾਏਗਾ। ਇਸ ਕਰਕੇ ਇਹਦੇ ਵਿੱਚ ਥੋੜ੍ਹੀਆਂ ਜਿਹੀਆਂ ਡਿਸਐਡਵਾਂਟੇਜਸ ਵੀ ਨੇ, ਜੇ ਫਾਇਦੇ ਹੈ ਤਾਂ ਇਹ ਹੋ ਜਾਂਦਾ ਟੈਕ ਡਿਪੈਂਡੈਂਸ। ਨੈਕਸਟ ਹੈ ਸਾਡੇ ਕੋਲ ਡੇਟਾ ਲੋਸਟ ਵਿਦਾਊਟ ਬੈਕਅਪਸ, ਠੀਕ ਹੈ। ਯੂ ਕੁਡ ਲੋਸ ਇਨਫੋ ਡਿਊ ਟੂ ਕ੍ਰੈਸ਼ਿਜ਼ ਔਰ ਵਾਇਰਸਿਸ। ਮੰਨ ਲਓ ਤੁਹਾਡੇ ਸਿਸਟਮ ਨੇ ਹਜੇ ਬੈਕਅਪ ਨਹੀਂ ਲਿਆ ਸੀ, ਬੈਕਅਪ ਹਜੇ ਲੈਣਾ ਸੀ, ਉਸ ਤੋਂ ਪਹਿਲਾਂ ਹੀ ਕੋਈ ਵਾਇਰਸ ਜਾਂ ਫਿਰ ਬਗ ਆਉਣ ਦੇ ਨਾਲ ਤੁਹਾਡਾ ਜਿਹੜਾ ਸਿਸਟਮ ਹੈ ਉਹ ਖਰਾਬ ਹੋ ਗਿਆ ਅਤੇ ਤੁਹਾਡਾ ਡੇਟਾ ਵੀ ਨਹੀਂ ਬੈਕਅਪ ਹੋ ਪਾਇਆ ਅਤੇ ਨਾ ਹੀ ਹੁਣ ਤੁਹਾਡਾ ਡੇਟਾ ਰਿਕਵਰ ਹੋਏਗਾ। ਇਹ ਇਹਦੀ ਬਹੁਤ ਵੱਡੀ ਡਿਸਐਡਵਾਂਟੇਜ ਹੈ। complicated, some of software hard to use, non-tech people can't be used। ਕੋਈ ਪਰਸਨ ਹੈ, ਇੰਜੀਨੀਅਰ ਹੈ, ਕੋਈ ਸੋਫਟਵੇਅਰ ਇੰਜੀਨੀਅਰ ਹੈ, ਕੋਈ ਸੋਫਟਵੇਅਰ ਡਿਵੈਲਪਰ ਹੈ, ਉਹ ਤਾਂ ਇਹਨਾਂ ਚੀਜ਼ਾਂ ਨੂੰ ਈਜ਼ਲੀ ਸਮਝ ਜਾਏਗਾ। ਮੰਨ ਲਓ ਕੋਈ ਪਰਸਨ ਹੈ ਜੋ ਤੁਹਾਡੀ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਪਰ ਉਹ ਉੱਦਾਂ ਬਹੁਤ ਵਧੀਆ ਕੰਮ ਕਰਦਾ, ਪਰ ਉਹ ਇੱਕ ਨੋਨ ਟੈਕ ਪਰਸਨ ਹੈ, ਮਤਲਬ ਉਹਨੂੰ ਟੈਕਨੋਲੋਜੀ ਬਾਰੇ ਕੋਈ ਨੌਲੇਜ ਨਹੀਂ ਹੈ, ਤਾਂ ਉਹਦੇ ਲਈ ਇਹ ਚੀਜ਼ ਸਮਝਣੀ ਥੋੜ੍ਹੀ ਜਿਹੀ ਡਿਫੀਕਲਟ ਹੋ ਜਾਏਗੀ। ਅਪਡੇਟਸ ਨੀਡਿਡ, ਜਿੱਦਾਂ ਸਾਡੇ ਫੋਨ ਦੇ ਵਿੱਚ ਨਵੇਂ ਅਪਡੇਟਸ ਆਉਂਦੇ ਰਹਿੰਦੇ ਆ, ਅੱਜ ਕੱਲ੍ਹ LEDs ਵੀ ਸਮਾਰਟ ਆ, ਉਹਦੇ ਵਿੱਚ ਵੀ ਅਪਡੇਸ਼ਨ ਆਉਂਦੀ ਰਹਿੰਦੀ ਹੈ ਨਵੇਂ ਸੋਫਟਵੇਅਰਸ ਦੀ। ਇਹਦੇ ਵਿੱਚ ਵੀ ਸਾਨੂੰ ਸੋਫਟਵੇਅਰ ਨੂੰ ਅਪਡੇਟ ਕਰਵਾਉਣ ਦੀ ਜ਼ਰੂਰਤ ਪੈਂਦੀ ਹੈ ਟਾਈਮ ਟੂ ਟਾਈਮ, ਜਿਹਦੇ ਨਾਲ ਕੋਸਟ ਐਕਸਟਰਾ ਹੋ ਜਾਂਦੀ ਹੈ ਥੋੜ੍ਹੀ ਜਿਹੀ। ਇਹਦੀ ਡਿਸਐਡਵਾਂਟੇਜ ਹੋ ਗਈ। ਨੋਟ ਆਲਵੇਜ਼ ਪਰਫੈਕਟ, ਸਮ ਸੋਫਟਵੇਅਰ ਡਜ਼ ਨਾਟ ਫਿਟ ਦ ਬਿਜ਼ਨਸ ਨੀਡਸ। ਕੁਛ ਸੋਫਟਵੇਅਰ ਇੱਦਾਂ ਦੇ ਆ ਜੋ ਤੁਹਾਡੇ ਬਿਜ਼ਨਸ ਦੇ ਨੀਡਸ ਨੂੰ ਫੁਲਫਿਲ ਨਹੀਂ ਕਰ ਪਾਉਂਦੇ, ਇਸ ਕਰਕੇ ਇਹ ਹਮੇਸ਼ਾ ਪਰਫੈਕਟ ਨਹੀਂ ਹੋ ਸਕਦੇ। ਗੈਟਸ ਓਲਡ, ਸੋਫਟਵੇਅਰ ਕੈਨ ਬਿਕਮ ਆਊਟਡੇਟਿਡ। ਜੇ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂ ਮੋਬਾਈਲ ਫੋਨਸ ਦੀ, ਹਰ ਮੰਥ ਕੋਈ ਨਵਾਂ ਮੋਬਾਈਲ ਹੈ ਜੋ ਉਹ ਮਾਰਕੀਟ ਦੇ ਵਿੱਚ ਲਾਂਚ ਹੁੰਦਾ ਹੈ। ਇੱਦਾਂ ਹੀ ਜਿਹੜੇ ਸੋਫਟਵੇਅਰ ਹੈ ਹਰ ਰੋਜ਼ ਨਵਾਂ ਕੋਈ ਸੋਫਟਵੇਅਰ ਲਾਂਚ ਹੋ ਰਿਹਾ ਹੈ ਮਾਰਕੀਟ ਦੇ ਵਿੱਚ, ਜਿਹਦੇ ਨਾਲ ਪੁਰਾਣੇ ਸੋਫਟਵੇਅਰ ਹੈ ਉਹ ਆਊਟਡੇਟਿਡ ਹੋ ਜਾਂਦੇ ਹੈ, ਜਿਨ੍ਹਾਂ ਨੂੰ ਅਪਗ੍ਰੇਡਸ ਕਰਨਾ ਉਹ ਥੋੜ੍ਹਾ ਜਿਹਾ ਕੋਸਟਲੀ ਹੋ ਜਾਂਦਾ ਹੈ। ਇਹ ਵੀ ਇੱਕ ਇਹਦੀ ਡਿਸਐਡਵਾਂਟੇਜ ਹੈ। ਸੋ ਇਹ ਸੀ ਲਾਸਟ ਪੁਆਇੰਟ ਆਪਣੀ ਅੱਜ ਦੀ ਕਲਾਸ ਦਾ। ਆਪਾਂ ਅੱਜ ਦੀ ਕਲਾਸ ਦੇ ਵਿੱਚ ਕੀਤਾ ਹੈ ਮੀਨਿੰਗ, ਫੀਚਰਸ ਔਰ ਐਡਵਾਂਟੇਜਸ ਔਰ ਡਿਸਐਡਵਾਂਟੇਜਸ। ਅਤੇ ਇਹਦੀ ਨੈਕਸਟ ਕਲਾਸ ਦੇ ਵਿੱਚ ਆਪਾਂ ਸ਼ੁਰੂ ਕਰ ਲਵਾਂਗੇ ਜੋ ਤੁਹਾਡੇ ਸਿਲੇਬਸ ਦੇ ਵਿੱਚ ਹੈ ਟੈਲੀ ERP 9.0 ਕਰਕੇ ਸੋਫਟਵੇਅਰ, ਉਹਨੂੰ ਆਪਾਂ ਪੜ੍ਹਨਾ, ਉਹਨੂੰ ਡਿਟੇਲ ਦੇ ਵਿੱਚ ਪੜ੍ਹਨਾ ਪਏਗਾ ਕਿਉਂਕਿ ਸਪੈਸੀਫਾਈ ਕਰਕੇ ਦਿੱਤਾ ਗਿਆ ਤੁਹਾਡੇ ਸਿਲੇਬਸ ਦੇ ਵਿੱਚ, ਜੋ ਨਾਲ ਦੇ ਨਾਲ ਆਪਾਂ ਕਰਦੇ ਰਹਾਂਗੇ। ਸੋ ਇਹ ਸੀ ਅੱਜ ਦੀ ਆਪਣੀ ਕਲਾਸ। ਆਈ ਹੋਪ ਤੁਹਾਨੂੰ ਕਲਾਸ ਵਧੀਆ ਲੱਗੀ ਹੋਏ, ਤੁਹਾਨੂੰ ਸਾਰੀਆਂ ਚੀਜ਼ਾਂ ਸਮਝ ਆ ਗਈਆਂ ਹੋਣਗੀਆਂ। ਕੁਛ ਜਿਹੜੀ ਟਰਮ ਸੀਗੀ ਮੈਨੂੰ ਲੱਗਦਾ ਸੀ ਥੋੜ੍ਹੀ ਜਿਹੀ ਮੁਸ਼ਕਿਲ ਆ, ਉਹਨਾਂ ਨੂੰ ਮੈਂ ਪੰਜਾਬੀ ਦੇ ਵਿੱਚ ਲਿਖਿਆ ਤੁਹਾਡੀ ਅੰਡਰਸਟੈਂਡਿੰਗ ਲਈ, ਈਜ਼ਲੀ ਸਮਝ ਜਾਓਗੇ। ਇੱਕ ਵਾਰੀ ਇਹਨੂੰ ਦੁਬਾਰਾ ਦੇਖਣਾ, ਠੀਕ ਹੈ। ਸੋ ਆਈ ਹੋਪ ਤੁਹਾਨੂੰ ਕਲਾਸ ਵਧੀਆ ਲੱਗੀ ਹੋਵੇ। ਜੇ ਤੁਹਾਨੂੰ ਕਲਾਸ ਵਧੀਆ ਲੱਗੀ ਹੋਵੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ। ਇਹਦੇ ਨਾਲ ਮੇਰਾ ਟੈਲੀਗ੍ਰਾਮ ਚੈਨਲ ਵੀ ਜੁਆਇਨ ਕਰ ਲਓ ਫੋਰ ਰੈਗੂਲਰ ਅਪਡੇਟਸ। ਪਲੱਸ ਆਪਣਾ ਫੀਡਬੈਕ ਮੈਨੂੰ ਜ਼ਰੂਰ ਦਿਆ ਕਰੋ ਕਮੈਂਟ ਸੈਕਸ਼ਨ ਦੇ ਵਿੱਚ।
ਮਿਲਦੇ ਹਾਂ ਨੈਕਸਟ ਟੋਪਿਕ ਦੇ ਨਾਲ ਨੈਕਸਟ ਕਲਾਸ ਦੇ ਵਿੱਚ। ਐਡਮਿਸ਼ਨ ਵਾਲੀ ਕਲਾਸਿਸ ਵੀ ਚੱਲਦੀ ਰਹੂਗੀ, ਇਹ ਵੀ ਕਲਾਸਿਸ ਹੁਣ ਨਾਲ ਨਾਲ ਚੱਲੂਗੀ। ਥੈਂਕ ਯੂ ਸੋ ਮਚ, ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ।